श्री वाहिगुरु साहिब जी। राती रुती थिती वार, पवन पानी अग्नि पाताल। राती रुती थिती वार, पवन पानी अग्नि पाताल। तिस विच धरती थाप रखी धर्मस्थाल। तिस विच जीव जुगत के रंग, तिनके नाम अनेक अनंत। कर्मी कर्मी होए विचार, सच्चा आप सच्चा दरबार। तिथै सोहन पंच परवान, नदरी कर्म पवै नीसाण। कच पकाई ओथै पाए, नानक गया जापै जाए। कच पकाई ओथै पाए, नानक गया जापै जाए। वाहिगुरु जी का खालसा, वाहिगुरु जी की फतेह। सतगुਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਗੁਰਮੁਖ ਜਨੋ, ਸਤਿਗੁਰੂ ਬਖਸ਼ਿਸ਼ ਕਰਦੇ ਪਏ ਨੇ। ਸ਼੍ਰੀ ਜਪਜੀ ਸਾਹਿਬ ਜੀ ਦੀ ਅਸਾਂ ਨੇ ਹੁਣੇ 34ਵੀਂ ਪੌੜੀ ਸ਼ਰਵਣ ਕੀਤੀ ਹੈ। ਜਿਸ ਖੰਡ ਨੂੰ ਅਸੀਂ ਧਰਮ ਖੰਡ ਕਹਿੰਦੇ ਹਾਂ, ਧਰਮ ਖੰਡ ਦੀ ਵਿਚਾਰ ਅਸਾਂ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸ਼ਰਵਣ ਕੀਤੀ। ਹੁਣ ਜਿਸ ਵੇਲੇ ਪੰਜ ਖੰਡਾਂ ਦਾ ਜ਼ਿਕਰ ਆਏਗਾ, ਸਭ ਤੋਂ ਪਹਿਲਾਂ ਅਸੀਂ ਧਰਮ ਖੰਡ ਦੀ ਗੱਲ ਕਰਾਂਗੇ। ਖੰਡ ਇਸ ਪ੍ਰਕਾਰ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਅਖੀਰ ਦੇ ਵਿੱਚ ਸੱਚ ਖੰਡ। ਚਾਰ ਪੜਾਅ ਹਨ, ਅਖੀਰ ਤੇ ਮੰਜ਼ਿਲੇ ਮਕਸੂਦ ਹੈ। ਚਾਰ ਵੱਖੋ ਵੱਖਰੀਆਂ ਸਟੇਜਸ ਹਨ ਜਿੱਥੇ ਸਾਨੂੰ ਗਤੀਸ਼ੀਲ ਰਹਿਣਾ ਪੈਂਦਾ ਹੈ। ਅਖੀਰ ਤੇ ਸੱਚਖੰਡ ਪ੍ਰਾਪਤੀ ਹੈ। ਧਰਮ ਖੰਡ ਕਹੀਏ ਜੀ ਮਰਿਆਦਾ ਦੇ ਖੰਡ ਨੂੰ, ਡਿਸਪਲਿਨ ਦੇ ਖੰਡ ਨੂੰ। ਸਾਰੀ ਸ੍ਰਿਸ਼ਟੀ ਇੱਕ ਮਰਿਆਦਾ ਦੇ ਵਿੱਚ ਕਾਰਜ ਕਰਦੀ ਪਈ ਹੈ। ਹੁਣ 6.5 ਫੁੱਟ ਦਾ ਸਰੀਰ ਹੋਵੇ, ਕੈਂਸਰ ਇੱਕ ਛੋਟਾ ਜਿਹਾ ਇੱਕ ਫੋੜਾ ਹੈ, ਛੋਟਾ ਜਿਹਾ ਜ਼ਖਮ ਹੈ। ਪੂਰੇ ਸਰੀਰ ਨੂੰ 6.5 ਫੁੱਟ ਦੇ ਸਰੀਰ ਨੂੰ ਛੋਟਾ ਜਿਹਾ ਜ਼ਖਮ ਲੈ ਪੈਂਦਾ, ਬੰਦਾ ਅਤਿਅੰਤ ਬਿਮਾਰ ਹੋ ਜਾਂਦਾ ਹੈ। ਅਖੀਰ ਤੇ ਕੈਂਸਰ ਬੰਦੇ ਦੀ ਮੌਤ ਦਾ ਕਾਰਨ ਬਣਦਾ। ਕੈਂਸਰ ਕੀ ਹੈ? ਡਿਸਿਪਲਿਨ ਦੇ ਵਿੱਚ, ਮਰਿਆਦਾ ਦੇ ਵਿੱਚ ਵਿਘਨ ਪੈਣ ਵਾਲਾ ਛੋਟਾ ਜਿਹਾ ਜ਼ਖਮ, ਜੜ੍ਹਾਂ ਵਾਲਾ ਫੋੜਾ। ਹੁਣ ਅਸੀਂ ਬੇਅੰਤ ਹੀ ਐਸੀਆਂ ਕਥਾਵਾਂ ਸੁਣੀਆਂ ਹਨ ਜਿਨ੍ਹਾਂ ਦੇ ਵਿੱਚ ਗਿਆਨੀ ਸਿੰਘ ਇਹ ਕਹਿੰਦੇ ਨੇ ਕਿ ਮਰਿਆਦਾ ਦੇ ਵਿੱਚ ਹੁੰਦਾ ਹੈ ਜੀ ਨਿਤਨੇਮ, ਮਰਿਆਦਾ ਦੇ ਵਿੱਚ ਹੁੰਦਾ ਹੈ ਕੀਰਤਨ, ਮਰਿਆਦਾ ਦੇ ਵਿੱਚ ਹੁੰਦਾ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਸਿਮਰਨ। ਫਿਰ ਅੱਗੇ ਜਾ ਕੇ ਇਸ ਮਰਿਆਦਾ ਤੋਂ ਅਗਾਂਹ ਲੰਘਣਾ। ਪਰ ਜੇਕਰ ਇਤਿਹਾਸ ਦੇਖੀਏ ਸਾਨੂੰ ਤੇ ਐਸਾ ਦਿਸਦਾ ਨਹੀਂ। ਕਲਗੀਧਰ ਪਾਤਸ਼ਾਹ ਜੀ ਚਮਕੌਰ ਦੀ ਗੜੀ ਤੇ ਪਹੁੰਚਣ ਤੋਂ ਪਹਿਲਾਂ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਨੇ। ਹੁਣ ਹੈ ਤਾਂ ਇਹ ਮਰਿਆਦਾ ਦੇ ਵਿੱਚ ਹੀ। ਇਸ ਨੂੰ ਧਾਰਮਿਕ ਵਿਦਵਾਨ ਕਹਿੰਦੇ ਹਨ ਕਰਮ ਕਾਂਡ ਦਾ ਖੇਤਰ, ਕਰਮ ਕਾਂਡ ਦੀ ਅਵਸਥਾ, ਕਰਮ ਕਾਂਡ ਦੀ ਮਰਿਆਦਾ। ਪਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਉਹਨਾਂ ਚਿਰ ਕਰਮ ਕਾਂਡ ਤੇਰਾ ਨਿਤਨੇਮ ਹੋਏਗਾ ਜਿੰਨਾ ਚਿਰ ਤੇਰਾ ਗੁਰੂ ਨਾਲ ਪਿਆਰ ਨਹੀਂ ਹੋਏਗਾ।
ਕਿਉਂਕਿ ਨਿਤਨੇਮ ਤੋਂ ਬਿਨਾਂ ਤੇ ਸਿੱਖ ਹੈ ਹੀ ਕੁਝ ਨਹੀਂ। ਆਸਾ ਕੀ ਵਾਰ ਦਾ ਵੀ ਨਿਤਨੇਮ ਕਲਗੀਧਰ ਪਾਤਸ਼ਾਹ ਜੀ ਨੇ ਸਰਸਾ ਨਦੀ ਦੇ ਕੰਢੇ ਕੀਤਾ ਇੰਨੇ ਭਿਅੰਕਰ ਸਮੇਂ ਵਿੱਚ। ਇਹਦਾ ਅਰਥ ਇਹ ਹੈ ਕਿ ਇਕੱਲਾ ਮਰਿਆਦਾ ਦੇ ਵਿੱਚ ਆਪਣੇ ਆਪ ਨੂੰ ਟਿਕਾ ਲੈਣ ਨੂੰ ਅਸੀਂ ਕਰਮ ਕਾਂਡ ਨਹੀਂ ਕਹਿ ਸਕਦੇ। ਕਰਮ ਕਾਂਡ ਹੋਰ ਚੀਜ਼ ਹੈ। ਕਰਮ ਕਾਂਡ ਦਾ ਅਰਥ ਹੁੰਦਾ ਹੈ ਜਿਹਦੇ ਵਿੱਚ ਬੰਦੇ ਦੀ ਆਪਣੀ ਮਰਜ਼ੀ ਹੋਵੇ, ਬੰਦੇ ਦੇ ਫੋਕਟ ਕਰਮ ਹੋ। ਪਰ ਗੁਰਮਤ ਦੀ ਕਿਸੇ ਵੀ ਮਰਿਆਦਾ ਦੇ ਵਿੱਚ ਬੰਦੇ ਦੀ ਆਪਣੀ ਮਰਜ਼ੀ ਨਹੀਂ, ਸਾਰੀ ਹੀ ਮਰਜ਼ੀ ਗੁਰੂ ਦੀ ਹੈ। ਜੇਕਰ ਸਿੱਖ ਨੂੰ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਹੁਕਮ ਕੀਤਾ ਹੈ ਨਿਤਨੇਮ ਦਾ, ਇਹ ਕਰਮ ਕਾਂਡ ਅਸੀਂ ਨਹੀਂ ਕਹਿ ਸਕਦੇ। ਜੇ ਅਸੀਂ ਰਹਿਰਾਸ ਸਾਹਿਬ ਤੋਂ ਬਾਅਦ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਦੇਖਦੇ ਹਾਂ, ਮਹਾਰਾਜ ਜੀ ਫਰਮਾਉਂਦੇ ਨੇ ਸਿੱਖ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਖੜਾ ਹੋ ਕੇ ਅਰਦਾਸ ਕਰੇ, ਪੂਰੀ ਸੁਚੇਤਤਾ ਦੇ ਨਾਲ ਅਰਦਾਸ ਕਰੇ। ਤੇ ਜਦੋਂ ਸਿੱਖ ਕਮਾਏਗਾ ਫਿਰ ਇਹ ਨਹੀਂ ਕਿਹਾ ਜਾ ਸਕਦਾ ਕਿ ਕਰਮ ਕਾਂਡ ਕਰਦਾ ਹੈ। ਇਹਦਾ ਅਰਥ ਇਹ ਹੈ ਕਿ ਗੁਰੂ ਦੇ ਹੁਕਮ ਨੂੰ ਮੰਨਦਾ ਪਿਆ। ਤੇ ਜਿਸ ਵੇਲੇ ਮਨੁੱਖ ਧਰਮ ਖੰਡ ਦੇ ਵਿੱਚ ਪ੍ਰਵਿਰਤ ਹੁੰਦਾ ਹੈ, ਮਨੁੱਖ ਦੀ ਸੁਰਤ ਇਤਨੀ ਕੁ ਉਚੇਰੀ ਹੋ ਜਾਂਦੀ ਹੈ, ਫਿਰ ਉਹ ਸ੍ਰਿਸ਼ਟੀ ਦੀ ਇਸ ਤਾਕਤ ਨੂੰ ਆਪਣੇ ਅੰਦਰੋਂ ਅਨੁਭਵ ਕਰਦਾ ਹੈ, ਆਪਣੇ ਅੰਦਰੋਂ। ਤੇ ਜਿਸ ਵੇਲੇ ਆਪਣੇ ਅੰਦਰੋਂ ਅਨੁਭਵ ਕਰਦਾ ਹੈ, ਫਿਰ ਉਹ ਮਹਿਸੂਸ ਕਰਦਾ ਹੈ ਕਿ ਮੇਰੀ ਹੋਂਦ ਕੁਝ ਹੋਰ ਹੈ, ਸਰੀਰ ਦੀ ਹੋਂਦ ਕੁਝ ਹੋਰ ਹੈ, ਤੇ ਮੈਂ ਆਪਣੇ ਆਪ ਨੂੰ ਸੋਚਦਾ ਕੁਝ ਹੋਰ ਪਿਆ ਸੀ। ਇਹ ਹਰ ਚੀਜ਼ ਵੱਖੋ ਵੱਖਰੀ ਹੋ ਜਾਂਦੀ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਕੋਈ ਵੀ ਬੰਦਾ ਇਹ ਸੋਚੇ ਕਿ ਮੈਂ ਧਰਮ ਖੰਡ ਦੇ ਵਿੱਚ ਪ੍ਰਵਿਰਤ ਹੋ ਗਿਆ ਹਾਂ, ਉਹਦੀ ਨਿਸ਼ਾਨੀ ਕੀ ਹੈ? ਤੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ, ਦੇਖ ਐ ਮਨਾ ਤੂੰ ਰੱਬ ਤੱਕ ਪਹੁੰਚਣਾ ਹੈ, ਤੈਨੂੰ ਅਭਿਆਸ ਕਰਨਾ ਚਾਹੀਦਾ ਹੈ। ਕਦੀ ਵੀ ਜਿਹੜੇ ਹੀਰਾ ਪਰਖਣ ਵਾਲੇ ਬੰਦੇ ਨੇ ਨਾ, ਉਹਨਾਂ ਦੇ ਬਕਾਇਦਾ ਅੱਜ ਦੇ ਸਮੇਂ ਵਿੱਚ ਕੋਰਸ ਹਨ, ਪਰ ਭਾਈ ਗੁਰਦਾਸ ਜੀ ਨੇ 500 ਸਾਲ ਪਹਿਲਾਂ ਇਹ ਬਚਨ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਨ੍ਹਾਂ ਨੇ ਹੀਰਿਆਂ ਦੀ ਪਰਖ ਕਰਨੀ ਹੋਵੇ ਨਾ, 4 ਗੀਟੀਆਂ ਦੇਖ ਕੇ ਨਹੀਂ ਕਹਿੰਦੇ ਬਣ ਗਏ ਅਸੀਂ ਜੀ ਖੋਜੀ, ਬਣ ਗਏ ਅਸੀਂ ਪਾਰਖੂ। ਦੱਸੋ ਕਿਹੜਾ ਹੀਰਾ ਪਰਖਣਾ ਜੀ? ਜਿਨ੍ਹਾਂ ਨੇ ਹੀਰਿਆਂ ਦੀ ਪਰਖ ਕਰਨੀ ਹੁੰਦੀ ਹੈ, ਬਕਾਇਦਾ 3-3 ਸਾਲ ਦੇ ਕੋਰਸ ਹੁੰਦੇ ਨੇ, 5-5 ਸਾਲ ਦੀਆਂ ਡਿਗਰੀਆਂ ਹੁੰਦੀਆਂ ਨੇ। 5 ਸਾਲ ਦੀਆਂ ਡਿਗਰੀਆਂ, 3 ਸਾਲ ਦੇ ਡਿਪਲੋਮੇ ਕਰ ਕਰਕੇ ਫਿਰ ਜਾ ਕੇ ਬੰਦੇ ਨੇ ਹੀਰੇ ਨੂੰ ਪਰਖ ਕਰਨ ਦੀ ਸਮਰੱਥਾ ਆਉਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਹੀਰਾ ਪਰਖਦਾ ਹੈ ਉਹ ਰੋਜ਼ ਹੀ ਅਭਿਆਸ ਕਰਦਾ ਹੈ। ਅੱਜ ਵੇਖਿਆ, ਅੱਜ ਦੀ ਪੜ੍ਹਾਈ ਨੇ ਆਖਿਆ ਕਿ ਹੀਰਾ ਜਿਹੜਾ ਹੈ, ਜਿਹੜਾ ਸਾਨੂੰ ਦਿਖਦਾ ਕਟਿੰਗ ਵਾਲਾ ਹੀਰਾ, ਉਹ ਤੇ ਅਖੀਰ ਤੇ ਹੈ ਨਾ, ਉਹ ਤੇ ਤਰਾਸ਼ਿਆ ਹੋਇਆ ਹੀਰਾ ਹੈ, ਉਹ ਤੇ ਡਿਜ਼ਾਈਨ ਕੀਤਾ ਹੋਇਆ ਹੀਰਾ ਹੈ। ਜਿਹੜਾ ਹੀਰਾ ਉਹ ਤੇ ਇੱਕ ਬਿਲਕੁਲ ਸਾਦਾ ਜਿਹਾ ਪੱਥਰ ਹੁੰਦਾ ਹੈ, ਉਹਦੇ ਬਾਅਦ ਚੋਂ ਉਹਨੂੰ ਮਸ਼ੀਨਾਂ ਦੇ ਉੱਤੇ ਰੱਖ ਕੇ ਉਹਨੂੰ ਡਿਜ਼ਾਈਨ ਕੀਤਾ ਜਾਂਦਾ ਹੈ। ਭਾਈ ਗੁਰਦਾਸ ਜੀ ਵਚਨ ਕਰਦੇ ਨੇ, ਅਭਿਆਸ ਕਰ ਕਰਕੇ ਇੱਕ ਹੀਰੇ ਦਾ ਪਰਖ ਕਰਨ ਵਾਲਾ ਪਾਰਖੂ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਐ ਮਨਾ, ਤੂੰ ਅਭਿਆਸ ਕਰ ਕਰਕੇ ਇੱਕ ਨਾ ਇੱਕ ਦਿਨ ਐਸਾ ਆਏਗਾ ਕਿ ਤੂੰ ਰੱਬ ਦੇ ਘਰ ਤੱਕ ਪਹੁੰਚ ਜਾਏਗਾ। ਭਾਈ ਗੁਰਦਾਸ ਜੀ ਨੇ ਦੂਜਾ ਪ੍ਰਮਾਣ ਦਿੱਤਾ, ਸੁਨਤ ਜੈਸੇ ਪੰਡਤ ਪ੍ਰਵੀਨ ਹੈ। ਹੁਣ ਜੇਕਰ ਕੋਈ ਇੱਕ ਕਹਾਣੀ ਸੁਣੇ ਚਿੜੀ ਦੀ ਤੇ ਕਾਂ ਦੀ, ਚਿੜੀ ਤੇ ਕਾਂ ਆਪਸ 'ਚ ਲੜ ਪਏ, ਤੇ ਕਹਿੰਦੇ ਇੱਕ ਕਹਾਣੀ ਸੁਣ ਕੇ ਤੇ ਹੁਣ ਬੰਦਾ ਕਹਿੰਦਾ ਅਸੀਂ ਤੇ ਬਣ ਗਏ ਜੀ ਕਥਾਵਾਚਕ, ਅਸੀਂ ਤੇ ਬਣ ਗਏ ਵਿਦਵਾਨ। ਹੁਣ ਜੇਕਰ ਅਸੀਂ ਵਿਦਵਾਨ ਬਣਨਾ ਹੈ ਤੇ ਸਾਨੂੰ ਰੋਜ਼ ਹੀ ਕਥਾ ਸੁਣਨੀ ਪਏਗੀ, ਰੋਜ਼ ਹੀ ਗਿਆਨਵਾਨ ਲੈਕਚਰ ਸੁਣਨਾ ਪਏਗਾ। ਇੱਕ ਦਿਨ ਸੁਣ ਕੇ, ਇੱਕ ਮਹੀਨਾ ਸੁਣ ਕੇ, 1 ਸਾਲ ਸੁਣ ਕੇ, 3 ਸਾਲ ਸੁਣ ਕੇ, ਲਗਾਤਾਰ 5 ਸਾਲ ਸੁਣ ਕੇ, ਫਿਰ ਜਾ ਕੇ ਸੁਣ ਕੇ ਕੋਈ ਬੰਦਾ ਬਹੁਤ ਵੱਡਾ ਵਿਦਵਾਨ, ਗਿਆਨਵਾਨ, ਕਥਾਵਾਚਕ ਬਣਦਾ ਹੈ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਗੁਰੂ ਕੇ ਸ਼ਬਦ ਨੂੰ ਜਪਦਾ ਪਿਆ, ਹੁਣ ਤੂੰ 1-2 ਪਾਠ ਕਰਕੇ ਕਹੇ
ਅੱਖਾਂ ਬੰਦ ਕਰਕੇ ਪਹਿਲਾਂ ਪਾਠ ਸ਼ੁਰੂ ਕਰੇ, ਫਿਰ ਅੱਖਾਂ ਖੋਲ ਕੇ ਸੱਜੇ ਖੱਬੇ ਦੇਖੇ ਕਿ ਮੈਂ ਬਣ ਗਿਆ ਬ੍ਰਹਮ ਗਿਆਨੀ। ਇੱਕ ਦੋ ਪਾਠਾਂ ਦੇ ਨਾਲ ਬਾਤ ਨਹੀਂ ਬਣਨੀ, ਕਿਉਂਕਿ ਅੰਦਰ ਅੱਗ ਲੱਗੀ ਹੋਈ ਆ ਵੱਡੀ, ਭਾਂਬੜ ਅੰਦਰ ਮੱਚਦੇ ਪਏ ਨੇ, ਤੇ ਜਿੱਥੇ ਭਾਂਬੜ ਮੱਚਦੇ ਹੋਣ ਉੱਥੇ ਇੱਕ ਚਮਚ ਜਲ ਦਾ ਪਾ ਕੇ ਅਸੀਂ ਆਖੀਏ ਕਿ ਬਣ ਗਏ ਸੀ ਬ੍ਰਹਮ ਗਿਆਨੀ। ਤੇ ਇਸ ਕਰਕੇ ਸਾਨੂੰ ਨਿਰੰਤਰ ਅਭਿਆਸ ਚਾਹੀਦਾ ਹੈ, ਹਰ ਦਮ ਅਭਿਆਸ ਚਾਹੀਦਾ ਹੈ। ਤੇ ਅਭਿਆਸ ਕੈਸਾ ਚਾਹੀਦਾ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਧਰਮ ਖੰਡ ਵਿੱਚ ਪ੍ਰਵਿਰਤ ਹੋਵੇਗਾ ਨਾ, ਤੂੰ ਗੁਰੂ ਦੇ ਹੁਕਮ ਨੂੰ ਮੰਨੇਗਾ ਤੇ ਫਿਰ ਤੂੰ ਆਪਣੇ ਅੰਦਰੋਂ ਕੋਈ ਸ਼ਕਤੀ ਅਨੁਭਵ ਕਰੇਗਾ। ਉਹ ਸ਼ਕਤੀ ਕੈਸੀ ਹੁੰਦੀ ਹੈ? ਉਸ ਸ਼ਕਤੀ ਦੇ ਨਾਲ ਅੰਦਰੋਂ ਹੀ ਇੱਕ ਜਲੌ ਪ੍ਰਗਟ ਹੁੰਦਾ ਹੈ, ਅੰਦਰੋਂ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਤੇ ਫਿਰ ਅਸੀਂ ਦੇਖਦੇ ਹਾਂ ਕਿ ਧਰਤੀ ਖੜੀ ਹੈ ਕਿਸੇ ਅਨਾਦੀ ਤਾਕਤ ਕਰਕੇ। ਹੁਣ ਸਾਨੂੰ ਤੇ ਹੁਣ ਵੀ ਪਤਾ ਲੱਗਦਾ ਪਿਆ, ਅਸਮਾਨ ਵੱਲ ਦੇਖੋ ਜੀ, ਐਗਜ਼ਾਮਪਲ ਅਸੀਂ ਸੈੱਟ ਕਰਨੀ ਹੋਵੇ, ਹੁਣੇ ਅਸੀਂ ਅਸਮਾਨ ਵੱਲ ਦੇਖੀਏ, ਅਸੀਂ ਕਹਿ ਜਾਣਾ ਇੱਥੇ ਕਿਹੜਾ ਕੋਈ ਪਿੱਲਰ ਖੜਾ ਹੈ, ਸਾਨੂੰ ਪਤਾ ਹੀ ਆ ਅਸਮਾਨ ਖੜਾ ਹੈ ਜੀ, ਦੇਖੋ। ਪਰ ਜਿਸ ਵੇਲੇ ਬੰਦਾ ਧਰਮ ਖੰਡ ਦੇ ਵਿੱਚ ਪ੍ਰਵਿਰਤ ਹੁੰਦਾ ਹੈ, ਫਿਰ ਮਨੁੱਖ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਅਸਮਾਨ ਤੇ ਧਰਤੀ ਦੇ ਵਿੱਚ ਕੋਈ ਸ਼ਕਤੀ ਹੈ। ਫਿਰ ਉਸ ਵੇਲੇ ਉਹ ਸ਼ਕਤੀ ਪਹਿਲਾਂ ਅਨੁਭਵ ਹੁੰਦੀ ਹੈ, ਫਿਰ ਦਿਸਦੀ ਹੈ, ਫਿਰ ਦਿਸਣ ਤੋਂ ਬਾਅਦ ਫਿਰ ਉਹ ਬੰਦਾ ਕਹਿੰਦਾ ਹੈ ਐਸੀ ਮਰਿਆਦਾ, ਹੈ ਐਸੀ ਸ਼ਕਤੀ ਜੋ ਆਸਮਾਨ ਤੇ ਧਰਤੀ ਨੂੰ ਟਿਕਾ ਕੇ ਬੈਠੀ ਹੋਈ ਹੈ। ਪਹਿਲਾਂ ਤੇ ਬੰਦਾ ਅੰਨਾ ਹੋ ਕੇ ਅਸਮਾਨ ਨੂੰ ਦੇਖਦਾ ਹੈ। ਹੁਣ ਅਸੀਂ ਦੇਖੀਏ ਨਾ ਆਸਮਾਨ ਨੂੰ, ਆਕਾਸ਼ ਨੂੰ ਤੇ ਧਰਤੀ ਨੂੰ, ਸਾਡਾ ਆਕਾਸ਼ ਨੂੰ ਦੇਖਣਾ ਵੀ ਅੰਨੇਪਣ ਵਾਂਗੂ ਵੇਖਣਾ ਹੀ ਹੈ ਜੀ, ਧਰਤੀ ਨੂੰ ਵੀ ਵੇਖਣਾ ਅੰਨੇਪਣ ਵਾਂਗੂ ਦੇਖਣਾ ਹੈ। ਫਿਰ ਜਿਸ ਵੇਲੇ ਧਰਮ ਖੰਡ ਦੇ ਵਿੱਚ ਸੁਰਤ ਪ੍ਰਵਿਰਤ ਹੁੰਦੀ ਹੈ, ਫਿਰ ਇੰਜ ਮਹਿਸੂਸ ਹੁੰਦਾ ਹੈ ਕਿ ਧਰਤੀ ਤੇ ਆਕਾਸ਼ ਦੋਵਾਂ ਨੂੰ ਕਿਸੇ ਸ਼ਕਤੀ ਨੇ ਆਪਸ ਵਿੱਚ ਟਿਕਾਇਆ ਹੋਇਆ ਹੈ। ਫਿਰ ਉਸ ਵੇਲੇ ਮਨੁੱਖ ਨੂੰ ਇੱਕ ਅਨੁਭਵ ਹੁੰਦਾ ਹੈ ਕਿ ਹੇ ਪਰਮਾਤਮਾ, ਤੂੰ ਹੈ, ਤੂੰ ਹੈ, ਤੇਰੇ ਵਿੱਚ ਸ਼ਕਤੀ ਹੈ। ਮੈਂ ਉਹ ਤਾਕਤ ਨੂੰ ਦੇਖ ਲਿਆ। ਤੇ ਜਿਹੜਾ ਬੰਦਾ ਉਸ ਧਰਮ ਖੰਡ ਦੀ ਸ਼ਕਤੀ ਨੂੰ ਅਨੁਭਵ ਕਰਦਾ ਹੈ, ਧਰਮ ਦੇ ਉਸ ਹਿਰਦੇ ਦੇ ਮਾਨਸਿਕ ਤੇ ਆਤਮਿਕ ਪੱਧਰ ਨੂੰ ਮਹਿਸੂਸ ਕਰਦਾ ਹੈ, ਫਿਰ ਉਸ ਨੂੰ ਆਖਿਆ ਜਾਂਦਾ ਹੈ ਕਿ ਧਰਮ ਖੰਡੀ ਬੰਦਾ ਹੈ। ਕਿਉਂਕਿ ਅਸੀਂ ਤਾਂ ਜੇ ਪਹਿਲੇ ਪੜਾਅ ਦੇ ਵਿੱਚ ਵੀ ਨਹੀਂ ਪਹੁੰਚੇ। ਪਹਿਲੇ ਪੜਾਅ ਵਿੱਚ ਪਹੁੰਚਣ ਵਾਸਤੇ ਸਾਨੂੰ ਅਭਿਆਸ ਬਹੁਤ ਚਾਹੀਦਾ ਹੈ, ਨਿਰੰਤਰ ਅਭਿਆਸ ਚਾਹੀਦਾ ਹੈ। ਪਰ ਇਸ ਅਭਿਆਸ ਦੇ ਵਿੱਚ ਸੁਤੇ ਸਿੱਧ ਹੁੰਦਾ ਹੈ। ਸੁਤੇ ਸਿੱਧ ਕਿਉਂ ਹੁੰਦਾ ਹੈ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ, ਤੂੰ ਨਿਤਨੇਮ ਕਰ, ਮੈਂ ਤੇਰੇ ਨਾਲ ਹਾਂ, ਤੂੰ ਨਾਮ ਜਪ, ਮੈਂ ਤੇਰੇ ਸਾਰੇ ਕਸ਼ਟਾਂ ਨੂੰ ਹਰ ਲਵਾਂਗਾ। ਧਰਮ ਖੰਡ ਦੇ ਵਿੱਚ ਗੁਰੂ ਦੀ ਅਸੀਮ ਸ਼ਕਤੀ ਸਾਨੂੰ ਬਿਲਕੁਲ ਵੀ ਜ਼ੋਰ ਲਾਉਣ ਦੀ ਹਦਾਇਤ ਨਹੀਂ ਕਰਦੀ। ਬਸ ਨਾਮ ਜਪਿਆ, ਗੁਰੂ ਆਪੇ ਹੀ ਕਲਾ ਵਰਤਾ ਦਿੰਦਾ ਹੈ, ਗੁਰੂ ਆਪੇ ਹੀ ਸ਼ਕਤੀ ਵਰਤਾ ਦਿੰਦਾ ਹੈ। ਫਿਰ ਧਰਮ ਖੰਡ ਦੇ ਵਿੱਚ ਪਹੁੰਚਣ ਤੋਂ ਬਾਅਦ ਫਿਰ ਮਨੁੱਖ ਮਹਿਸੂਸ ਕਰਦਾ ਹੈ ਕਿ ਕੋਈ ਹੋਰ ਵੀ ਚੀਜ਼ ਪ੍ਰਗਟ ਹੋਣ ਵਾਲੀ ਹੈ, ਪਰ ਉਸ ਚੀਜ਼ ਦਾ ਪ੍ਰਗਟ ਹੋਣਾ ਮਹਿਸੂਸ ਹੁੰਦਾ ਹੈ ਆਪਣੇ ਅੰਦਰੋਂ ਹੀ। ਸ਼ਕਤੀ ਦਾ ਪ੍ਰਗਟ ਹੋਣਾ ਮਹਿਸੂਸ ਹੁੰਦਾ ਹੈ, ਪਰ ਉਹ ਸ਼ਕਤੀ ਪ੍ਰਗਟ ਨਹੀਂ ਹੁੰਦੀ, ਕਿਉਂਕਿ ਉਸ ਸ਼ਕਤੀ ਦੇ ਪ੍ਰਗਟ ਹੋਣ ਨੂੰ ਅਸੀਂ ਗਿਆਨ ਖੰਡ ਕਹਿੰਦੇ ਹਾਂ, ਉਹ ਬਾਅਦ ਵਿੱਚ ਹੁੰਦਾ ਹੈ। ਤੇ ਧਰਮ ਖੰਡ ਦੇ ਵਿੱਚ ਜਿਸ ਵੇਲੇ ਅਸੀਂ ਟਿਕ ਜਾਂਦੇ ਹਾਂ, ਸਾਡਾ ਅਭਿਆਸ ਨਿਰੰਤਰ ਚੱਲਦਾ ਹੈ, ਗੁਰੂ ਕੀ ਬਾਣੀ ਦਾ ਜਾਪ ਵੀ ਨਿਰੰਤਰ ਚੱਲਦਾ ਹੈ, ਸਾਡਾ ਰੋਮ ਰੋਮ ਜਾਪ ਚੱਲਦਾ ਹੈ। ਆਪ ਜੀ ਦੇ ਵਿੱਚੋਂ ਜੇਕਰ ਕੋਈ ਅਭਿਆਸੀ ਹੈ, ਉਹਨਾਂ ਨੂੰ ਪਤਾ ਹੋਏਗਾ ਇਹ ਧਰਮ ਖੰਡ ਦੇ ਵਿੱਚ ਹੀ ਚੱਲਦਾ ਹੈ। ਅਗਲੇ ਖੰਡਾਂ ਦੇ ਵਿੱਚ ਅੱਖਰ ਖਤਮ ਹੋ ਜਾਂਦੇ ਨੇ, ਕੋਈ ਸ਼ਬਦ ਨਹੀਂ ਰਹਿ ਜਾਂਦਾ, ਸਿਰਫ ਧਰਮ ਖੰਡ ਦੇ ਵਿੱਚ ਹੁੰਦਾ ਹੈ। ਧਰਮ ਖੰਡ ਦੇ ਵਿੱਚ ਪਹਿਲਾਂ ਜਾਪ ਚੱਲਦਾ ਹੈ, ਫਿਰ ਸਿਮਰਨ ਚੱਲਦਾ ਹੈ, ਪਾਠ ਚੱਲਦੇ ਨੇ, ਰੋਮ ਰੋਮ ਕਰਕੇ ਚੱਲਦੇ ਨੇ। ਅੱਗੇ ਜਾ ਕੇ ਜਦੋਂ ਅਸੀਂ ਕਰਮ ਖੰਡ ਤੱਕ ਪਹੁੰਚਦੇ ਹਾਂ, ਉੱਥੇ ਕੁਝ ਵੀ ਨਹੀਂ ਰਹਿ ਜਾਂਦਾ, ਉੱਥੇ ਮਨੁੱਖ ਦਾ ਖਿਆਲ ਹੀ ਨਹੀਂ ਰਹਿ ਜਾਂਦਾ। ਅੱਖਰਾਂ ਦਾ ਜਨਮ ਖਿਆਲਾਂ ਤੋਂ ਹੁੰਦਾ ਹੈ। ਵਾਸ਼ਨਾ ਤੇ ਰਹਿ ਹੀ ਕੀ ਜਾਣੀ, ਕਿਉਂਕਿ ਵਾਸ਼ਨਾ ਦਾ ਜਿਹੜਾ ਸੰਸਾਰ ਆ ਉਹ ਧਰਮ ਖੰਡ ਤੋਂ
ਪਹਿਲਾਂ ਹੀ ਖਤਮ ਹੋ ਜਾਂਦਾ ਹੈ। ਤੇ ਮਹਾਰਾਜ ਜੀ ਬਚਨ ਕਰਦੇ ਨੇ, ਜਿਸ ਵੇਲੇ ਧਰਮ ਖੰਡ ਦੇ ਵਿੱਚ ਤੂੰ ਪ੍ਰਵੇਸ਼ ਕੀਤਾ ਨਾ, ਉਸ ਵੇਲੇ ਤੈਨੂੰ ਅਸਲੀ ਜ਼ਿੰਦਗੀ ਦਾ ਅਨੁਭਵ ਹੋਏਗਾ। ਧਰਮ ਖੰਡ ਵੇਲੇ ਜੇਕਰ ਕੋਈ ਵਾਸ਼ਨਾ ਦਾ ਖਿਆਲ ਵੀ ਆਵੇ ਤੇ ਉਸ ਖਿਆਲ ਨੂੰ ਅਸੀਂ ਧੱਕ ਸਕਦੇ ਹਾਂ, ਦੂਰ ਕਰ ਸਕਦੇ ਹਾਂ। ਆਪ ਜੀ ਸੋਚੋਗੇ ਉਹ ਕਿਵੇਂ? ਇੱਕ ਵਾਸ਼ਨਾ ਦਾ ਖਿਆਲ ਆ ਰਿਹਾ ਹੈ, ਉਹਦੀ ਸਮਝ ਆ ਰਹੀ ਹੈ ਕਿ ਆ ਰਿਹਾ ਹੈ, ਇਹ ਸਮਝ ਲਵੋ ਕਿ ਤੁਹਾਡੇ ਵਿੱਚ ਆਤਮਿਕ ਬਲ ਵੱਧ ਗਿਆ। ਜੇ ਕੋਈ ਵੀ ਮਾੜਾ ਖਿਆਲ ਆ ਰਿਹਾ ਹੈ, ਵਿਅਰਥ ਖਿਆਲ ਆ ਰਿਹਾ ਹੈ, ਫਜ਼ੂਲ ਖਿਆਲ ਆ ਰਿਹਾ ਹੈ, ਵਾਸ਼ਨਾਗ੍ਰਸਤ ਖਿਆਲ ਆ ਰਿਹਾ ਹੈ, ਤੇ ਤੁਸੀਂ ਉਸ ਨੂੰ ਦੇਖ ਰਹੇ ਹੋ, ਤੇ ਇਸ ਦਾ ਅਰਥ ਹੈ ਕਿ ਬੜੀ ਵੱਡੀ ਪ੍ਰਾਪਤੀ ਹੋ ਗਈ। ਤੇ ਜੇਕਰ ਅਸੀਂ ਖਿਆਲਾਂ ਨੂੰ ਵੇਖ ਲਈਏ, ਫਿਰ ਅਸੀਂ ਇਹਨੂੰ ਧੱਕ ਸਕਦੇ ਹਾਂ, ਅਸੀਂ ਇਹਨੂੰ ਖਤਮ ਕਰ ਸਕਦੇ ਹਾਂ। ਇਹ ਧਰਮ ਖੰਡ ਵਿੱਚ ਪ੍ਰਵੇਸ਼ ਹੋਇਆ ਬੰਦਾ ਦੇਖ ਸਕਦਾ ਹੈ। ਨਹੀਂ ਤੇ ਖਿਆਲ ਨੂੰ ਧੱਕਣਾ, ਖਿਆਲ ਨੂੰ ਖਤਮ ਕਰਨਾ ਇੱਕ ਬੜੀ ਵੱਡੀ ਪਰਮਾਤਮਾ ਦੀ ਆਤਮਿਕ ਸ਼ਕਤੀ ਦੀ ਪ੍ਰਾਪਤੀ ਦਾ ਸੰਕੇਤ ਹੈ। ਨਹੀਂ ਤਾਂ ਕੋਈ ਵੀ ਬੰਦਾ ਖਿਆਲ ਨੂੰ ਧੱਕ ਨਹੀਂ ਸਕਦਾ, ਖਿਆਲ ਨੂੰ ਖਤਮ ਨਹੀਂ ਕਰ ਸਕਦਾ, ਕਿਉਂਕਿ ਧਰਮ ਖੰਡ ਵਿੱਚ ਪਹੁੰਚ ਕੇ ਅਸੀਂ ਆਪਣੇ ਆਪ ਨੂੰ ਖਿਆਲਾਂ ਤੋਂ ਵੱਖਰਾ ਅਨੁਭਵ ਕਰਦੇ ਹਾਂ ਵੀ ਖਿਆਲ ਕੁਝ ਹੋਰ ਨੇ, ਅਸੀਂ ਕੁਝ ਹੋਰ ਹਾਂ। ਫਿਰ ਜਦੋਂ ਖਿਆਲ ਆ ਰਿਹਾ ਹੈ, ਉਸ ਦਾ ਆਉਣਾ ਬਹੁਤ ਧੀਮੀ ਗਤੀ ਨਾਲ ਹੁੰਦਾ ਹੈ, ਸਲੋ ਹੁੰਦਾ ਹੈ। ਤੇ ਕਦੀ ਵੀ ਖਿਆਲ ਦਾ ਸੁਭਾਅ ਸਲੋ ਨਹੀਂ ਹੁੰਦਾ। ਉਹ ਗੁਰੂ ਦੀ ਆਤਮਿਕ ਸ਼ਕਤੀ ਧਰਮ ਖੰਡ ਦੀ ਪ੍ਰਵੇਸ਼ਗੀ ਸਾਨੂੰ ਉਹ ਦਿਖਾਉਂਦੀ ਹੈ ਕਿ ਖਿਆਲ ਸਲੋ ਆ ਰਿਹਾ, ਜਦਕਿ ਖਿਆਲ ਕਦੀ ਸਲੋ ਨਹੀਂ ਹੁੰਦਾ। ਖਿਆਲ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ, ਬੰਦੇ ਨੂੰ ਬਰਬਾਦ ਕਰਕੇ ਲੰਘ ਜਾਂਦਾ ਹੈ। ਪਰ ਧਰਮ ਖੰਡ ਦੇ ਵਿੱਚ ਖਿਆਲ ਜੋ ਮਨ ਦੇ ਵਿਚਾਰ ਨੇ, ਇਹ ਸਾਰੇ ਹੀ ਗੁਲਾਮ ਹੋ ਜਾਂਦੇ ਨੇ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਮਰਿਆਦਾ ਜੋ ਹੈ ਨਾ, ਫਿਰ ਮਨੁੱਖ ਮਹਿਸੂਸ ਕਰਦਾ ਮਰਿਆਦਾ। ਜੋ ਅਸੀਂ ਮਰਿਆਦਾ ਸੁਣਦੇ ਹਾਂ, ਇਹ ਬਾਹਰ ਦੀ ਮਰਿਆਦਾ ਹੈ, ਇਹ ਅੰਦਰ ਦੀ ਮਰਿਆਦਾ ਨਹੀਂ ਹੈ। ਜੋ ਧਰਮ ਖੰਡ ਦੀ ਮਰਿਆਦਾ ਹੈ ਜੀ, ਉਹਦੇ ਵਿੱਚ ਸਾਨੂੰ ਨਾ ਵਿਆਖਿਆ ਨਹੀਂ ਕਰਨੀ ਪੈਂਦੀ ਕਿ ਬੇਟਾ ਤੁਸੀਂ ਪਰਸੰਗ ਨਹੀਂ ਕਰਨਾ, ਤੁਸੀਂ ਤੰਬਾਕੂ ਨਹੀਂ ਖਾਣਾ। ਉਸ ਵੇਲੇ ਇਹ ਸਾਰੀਆਂ ਚੀਜ਼ਾਂ ਦਾ ਅਸਲੀ ਸਵਰੂਪ ਸਾਹਮਣੇ ਆ ਜਾਂਦਾ ਹੈ, ਤੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਇਹ ਉਹ ਕਾਰਨ ਨੇ ਜਿਨ੍ਹਾਂ ਕਰਕੇ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਰੱਬ ਦੇ ਘਰ ਤੋਂ ਧੱਕਾ ਪੈ ਜਾਂਦਾ ਹੈ। ਉੱਥੇ ਬੰਦਾ ਇਹਨਾਂ ਚੀਜ਼ਾਂ ਨੂੰ ਆਪਣੇ ਉੱਤੇ ਅਪਲਾਈ ਕਰਦਾ ਹੈ, ਕਮਾਉਂਦਾ ਹੈ। ਕਮਾਉਣ ਵਾਸਤੇ ਸੋਚਣ ਦੀ ਲੋੜ ਨਹੀਂ ਪੈਂਦੀ, ਉੱਥੇ ਤੇ ਪਹੁੰਚ ਕੇ ਕਮਾਉਣ ਵਾਲੀ ਖੇਡ ਵਰਤਦੀ ਹੈ। ਤੇ ਹੋ ਸਕਦਾ ਹੈ ਕਿ ਆਪ ਜੀ ਦੀ ਪਕੜ ਵਿੱਚ ਇਹ ਬਾਤ ਆਵੇ, ਅਭਿਆਸੀਆਂ ਦੇ ਪਕੜ ਵਿੱਚ ਆਏਗੀ, ਕਿਉਂਕਿ ਇਹ ਤਾਂ ਪ੍ਰੈਕਟੀਕਲ ਜੀਵਨ ਹੈ ਨਾ ਜੀ। ਇਹ ਤਥਾਗਤ ਕਹਾਣੀਆਂ ਜਾਂ ਫਿਰ ਇਹ ਕਹਿਣ ਮਾਤਰ ਨਹੀਂ ਹੈ। ਜਲੌ ਦਾ ਪ੍ਰਗਟ ਹੋਣਾ, ਧਰਮ ਖੰਡ ਦੇ ਵਿੱਚ ਪ੍ਰਵੇਸ਼ ਹੋਣਾ, ਜਲੌ ਦੀ ਉਸ ਸ਼ਕਤੀ, ਪ੍ਰਕਾਸ਼ ਦੀ ਉਸ ਸ਼ਕਤੀ ਦਾ ਆਪਣੀ ਆਤਮਾ ਦੇ ਵਿੱਚ ਅਨੁਭਵ ਕਰਨਾ, ਇਹ ਧਰਮ ਖੰਡ ਦੇ ਵਿੱਚ ਧਰਮ ਖੰਡ ਦਾ ਵਾਸੀ ਹੋਣਾ। ਤੇ ਕਮਾਲ ਦੀ ਗੱਲ ਇਹ ਹੈ ਕਿ ਧਰਮ ਖੰਡ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਸਿੱਖ ਭਾਵੇਂ ਮਰਨੀ ਮਰ ਜੇ, ਸਿੱਖ ਕਦੀ ਨਿਤਨੇਮ ਨਾ ਛੱਡੇ। ਇਹ ਇਸ ਧਰਮ ਖੰਡ ਦੀ ਮਰਿਆਦਾ ਨੂੰ ਪਾਲੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜੇ ਮਰਿਆਦਾ ਦੀ ਗੱਲ ਕਰੀਏ ਨਾ, ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਇਹ ਧਰਮ ਖੰਡ ਦੀ ਗੱਲ ਕੀਤੀ ਭਗਤ ਕਬੀਰ ਸਾਹਿਬ ਜੀ ਨੇ। ਕਹਿੰਦੇ ਨੇ, ਦੇਖ ਧਰਤੀ ਦਾ ਇੱਕ ਧਰਮ ਹੈ ਕਿ ਭਾਵੇਂ ਇਸ ਧਰਤੀ ਨੂੰ ਕੋਈ ਪੁੱਟ ਕੇ ਰੱਖ ਦੇਵੇ, ਭਾਵੇਂ ਇਸ ਧਰਤੀ ਦੇ ਉੱਤੇ ਘਰ ਬਣਾਉਣ ਵਾਸਤੇ ਨੀਹਾਂ ਨੂੰ ਪੱਟੇ ਉੱਤੇ ਘਰ ਬਣਾਵੇ, ਇਹ ਧਰਤੀ ਸਦਾ ਹੀ ਇੱਕ ਰਸ ਰਹਿੰਦੀ ਹੈ। ਭਾਵੇਂ ਇਸ ਧਰਤੀ ਨੂੰ ਕੋਈ ਪਿਆਰ ਕਰੇ, ਨਾ ਪੁੱਟੇ, ਉਹਦੇ ਨਾਲ ਵੀ ਮਾਂ ਵਾਲਾ ਵਿਵਹਾਰ ਕਰਦੀ ਹੈ। ਤੇ ਜੇਕਰ ਕੋਈ ਇਸ ਧਰਤੀ ਨੂੰ ਵਾਹ ਕੇ ਰੱਖ ਦੇਵੇ ਹਲਾਂ ਦੇ ਨਾਲ ਜਾਂ ਫਿਰ ਇਹ ਰੋਟਾਵੇਟਰ ਦੇ ਨਾਲ ਕਹਿਣ ਲੱਗੇ, ਤਾਂ ਵੀ ਇਹ ਧਰਤੀ ਉਹਦੇ ਨਾਲ ਮਾਂ ਵਰਗਾ ਹੀ ਵਿਵਹਾਰ ਕਰਦੀ ਹੈ। ਜਿਸ ਤਰ੍ਹਾਂ ਧਰਤੀ ਦਾ ਧਰਮ ਹੈ, ਕੋਈ ਚੰਗਾ ਕਰੇ ਕੋਈ ਮਾੜਾ ਕਰੇ, ਸਾਰਿਆਂ ਨੂੰ ਆਪਣੇ ਅੰਦਰ ਕਲਾਵੇ ਵਿੱਚ ਰੱਖਦੀ ਹੈ। ਇਸੇ ਤਰ੍ਹਾਂ ਜੋ ਧਰਮ ਖੰਡ ਦਾ ਵਾਸੀ ਹੁੰਦਾ ਹੈ, ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਹਵਾ ਦਾ ਸੁਭਾਅ ਹੈ
ਭਾਵੇਂ ਕੋਈ ਗਰੀਬ ਆ, ਅਮੀਰ ਆ, ਪਾਪੀ ਹੈ, ਪੁੰਨੀ ਹੈ, ਗੋਰਾ ਹੈ, ਕਾਲਾ ਹੈ, ਕੋਈ ਵੀ ਇਹ ਸਾਰਿਆਂ ਨੂੰ ਇੱਕ ਬਰਾਬਰ ਸਾਹ ਦਿੰਦੀ ਹੈ, ਇੱਕ ਬਰਾਬਰ ਠੰਡਕ ਦਿੰਦੀ ਹੈ। ਇਸੇ ਤਰ੍ਹਾਂ ਜੋ ਧਰਮਖੰਡ ਦਾ ਵਾਸੀ ਹੈ ਉਹਦੇ ਵਾਸਤੇ ਸਾਰੇ ਬਰਾਬਰ ਹੋ ਜਾਂਦੇ। ਜਿਵੇਂ ਆਕਾਸ਼ ਹੈ ਸਾਡੇ ਸਿਰ ਦੇ ਉੱਤੇ, ਆਕਾਸ਼ ਨੇ ਸਾਰਿਆਂ ਨੂੰ ਕਲਾਵੇ 'ਚ ਲਿਆ। ਇੰਜ ਤੇ ਹੈ ਨਹੀਂ ਕਿ ਕੋਈ ਇਹ ਨਾ ਕਹੇ ਕਿ ਜੈ ਆਕਾਸ਼ ਕੀ ਤੇ ਆਕਾਸ਼ ਚੱਕ ਕੇ ਇਹਨੂੰ ਬਾਹਰ ਮਾਰੇ ਸਮੁੰਦਰ 'ਚ। ਆਕਾਸ਼ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਕਹਿੰਦੇ ਨੇ ਉਹ ਬੰਦਾ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਤੇ ਜਿਸ ਤਰ੍ਹਾਂ ਅੱਗ ਹੈ, ਅੱਗ ਦਾ ਧਰਮ ਹੈ, ਕੋਈ ਪਾਸ ਚਲਾ ਜਾਏ, ਠੰਡ ਹੋਵੇ, ਅੱਗ ਉਸ ਨੂੰ ਨਿੱਘ ਦਿੰਦੀ ਹੈ। ਜੇ ਭੁੱਖ ਲੱਗੀ, ਚੁੱਲ੍ਹੇ 'ਚ ਅੱਗ ਕਾਬੂ ਹੈ, ਫਿਰ ਉਸਨੂੰ ਪ੍ਰਸ਼ਾਦਾ ਤਿਆਰ ਕਰਕੇ ਦਿੰਦੀ ਹੈ। ਕਹਿੰਦੇ ਨੇ ਇਸੇ ਤਰ੍ਹਾਂ ਆਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਭਾਈ ਐਸੀ ਰਹਿਤ ਰੱਖੋ ਜਿਵੇਂ ਪੰਜ ਤੱਤਾਂ ਨੇ ਰਹਿਤ ਰੱਖੀ ਹੈ। ਪਾਣੀ ਭਾਵੇਂ 100 ਮੀਟਰ ਦੀ ਉਚਾਈ ਤੋਂ ਸੁੱਟੋ, ਹਮੇਸ਼ਾ ਨਿਵਾਣ ਨੂੰ ਆਏਗਾ। ਕਦੀ ਵੀ ਉੱਤੇ ਸੁੱਟਿਆ ਹੋਇਆ ਪਾਣੀ ਆਕਾਸ਼ ਨੂੰ ਨਹੀਂ ਜਾਂਦਾ, ਕਿਉਂਕਿ ਉਹ ਨਿਮਰਤਾਵਾਨ ਹੈ ਜੀ। ਆਪਣੇ ਪਾਸ ਸਮਾਂ ਕਿਤੇ ਮਿਲਿਆ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਾਂਗੇ। ਤੇ ਪੰਕਤੀਆਂ ਦੀ ਵਿਆਖਿਆ ਕਬੀਰ ਸਾਹਿਬ ਜੀ ਨੇ ਬਾ ਕਮਾਲ ਕੀਤੀ। ਆਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਖਾਲਸੇ ਦੀ ਰਹਿਤ ਦਾ ਵਰਣਨ ਕਬੀਰ ਸਾਹਿਬ ਜੀ ਨੇ ਕੀਤਾ ਕਿ ਖਾਲਸਾ ਰਹਿਤ ਕੈਸੀ ਰੱਖੇ। ਦਾਸ ਬੇਨਤੀ ਕਰੇ ਜੀ 34ਵੀਂ ਪੌੜੀ ਵੱਲ ਆਈਏ ਤੇ ਇੱਕ ਇੱਕ ਸ਼ਬਦ ਨੂੰ ਬਹੁਤ ਧਿਆਨ ਦੇ ਨਾਲ ਦੇਖਣਾ ਪਏਗਾ, ਕਿਉਂਕਿ ਆਤਮਿਕ ਅਵਸਥਾਵਾਂ ਦਾ ਜ਼ਿਕਰ ਹੈ। ਤੇ ਅਸੀਂ ਕੋਸ਼ਿਸ਼ ਇਹ ਨਹੀਂ ਕਰਨੀ ਕਿ ਕਥਾ ਕਰਕੇ ਤੇ ਬਾਅਦ ਵਿੱਚ ਫਤਿਹ ਬੁਲਾ ਦੇਣੀ ਹੈ। ਕੋਸ਼ਿਸ਼ ਇਹ ਕਰਨੀ ਹੈ ਕਿ ਅਭਿਆਸੀ ਹੋ ਕੇ ਇਹ ਸਾਰੀਆਂ ਅਵਸਥਾਵਾਂ ਨੂੰ ਅਸੀਂ ਅੰਦਰ ਹੀ ਮਾਣੀਏ। ਸਾਰੀਆਂ ਅਵਸਥਾਵਾਂ ਦੀ ਜੋ ਅੰਦਰ ਖੇਡ ਵਰਤਦੀ ਹੈ, ਅਸੀਂ ਉਹਦੇ ਵਿੱਚ ਪ੍ਰਵਿਰਤ ਹੋਈਏ। ਅਸੀਂ ਆਪਣੇ ਜੀਵਨ ਦਾ ਜੋ ਲਕਸ਼ ਹੈ ਪ੍ਰਾਪਤ ਕਰੀਏ, ਕਿਉਂਕਿ ਧਰਮ ਖੰਡ ਨੂੰ ਪ੍ਰਾਪਤ ਕੀਤੇ ਬਿਨਾਂ, ਧਰਮ ਖੰਡ ਵਿੱਚੋਂ ਲੰਘੇ ਬਿਨਾਂ ਸਾਨੂੰ ਸੱਚਖੰਡ ਦੀ ਪ੍ਰਾਪਤੀ ਨਹੀਂ ਹੋਣੀ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਧਰਮ ਖੰਡ ਦੀ ਜੇਕਰ ਵਿਆਖਿਆ ਕੀਤੀ ਜਾਏ, ਰਾਤੀ, ਰੁੱਤੀ, ਥਿਤੀ, ਵਾਰ, ਅੱਗੇ ਅੱਖਰ ਵਰਤੇ, ਸ਼ਬਦ ਵਰਤੇ, ਪਵਨ, ਪਾਣੀ, ਅਗਨੀ, ਪਾਤਾਲ। ਕਹਿਣ ਲੱਗੇ ਰਾਤ ਪਈ ਹੈ ਜੀ। ਹੁਣ ਰਾਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਆਪ ਜੀ ਸਭ ਸਿਆਣੇ ਸੂਝਵਾਨ ਬੈਠੇ ਹੋ। ਰਾਤ ਕਦੀ ਵੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜੀ ਰਾਤ? ਰਾਤ ਤੇ ਬੜੇ ਤਰ੍ਹਾਂ ਦੀ ਹੁੰਦੀ ਹੈ। ਇੱਕ ਰਾਤ ਹੁੰਦੀ ਹੈ ਜਿਹਦੇ ਵਿੱਚ 40% ਹਨੇਰਾ ਹੁੰਦਾ ਹੈ। ਇੱਕ ਰਾਤ ਹੁੰਦੀ ਹੈ ਜਿਹਦੇ ਵਿੱਚ 50% ਹਨੇਰਾ ਹੁੰਦਾ ਹੈ। ਇਸ ਕਰਕੇ ਰਾਤਾਂ ਵੀ ਇੱਕ ਤਰ੍ਹਾਂ ਦੀਆਂ ਨਹੀਂ। ਤੇ ਅਸੀਂ ਸਭ ਤੋਂ ਕਾਲੀ ਗੋਲੀ ਰਾਤ ਮੰਨਦੇ ਹਾਂ ਮੱਸਿਆ ਦੀ ਰਾਤ। ਪਰ ਆਤਮਿਕ ਸੂਝ ਸਮਝ ਵਾਲੇ ਕਹਿੰਦੇ ਨੇ ਇਹ ਵੀ ਕੋਈ ਬਹੁਤੀ ਕਾਲੀ ਗੋਲੀ ਰਾਤ ਨਹੀਂ। ਇਹ ਮੱਸਿਆ ਦੀ ਰਾਤ ਵੀ ਥੋੜਾ ਜਿਹਾ ਤੇ ਚਾਨਣ ਲੈ ਕੇ ਆਈ ਹੈ। ਸਭ ਤੋਂ ਘੁੱਪ ਰਾਤ ਵਿੱਚ ਜਿਉਂਦਾ ਹੈ ਉਹ ਬੰਦਾ ਜਿਹਦੇ ਕੋਲ ਆਤਮਿਕ ਜੀਵਨ ਨਹੀਂ ਹੈ, ਜਿਹਦੇ ਕੋਲ ਧਰਮ ਖੰਡ ਦੀ ਉਹ ਤਾਕਤ ਨਹੀਂ ਹੈ, ਬਖਸ਼ਿਸ਼ ਨਹੀਂ ਹੈ। ਕਹਿਣ ਲੱਗੇ ਬੜੀਆਂ ਰਾਤਾਂ ਪੈਦਾ ਕੀਤੀਆਂ ਨੇ, ਰੁੱਤਾਂ ਵੀ ਬੜੀਆਂ ਪੈਦਾ ਕੀਤੀਆਂ ਨੇ। ਪਤਝੜ ਹੈ, ਗਰਮੀ ਹੈ, ਸਰਦੀ ਹੈ, ਫਿਰ ਬਰਸਾਤ ਦੀ ਰੁੱਤ ਹੈ। ਥਿੱਤਾਂ ਵੀ ਬਹੁਤ ਨੇ, ਵਾਰ 7 ਵਾਰਾਂ ਨੇ। ਇੱਥੇ ਗਿਣਤੀ ਕਰਦੇ ਪਏ ਨੇ। ਇਹ ਗਿਣਤੀ ਕਿਉਂ ਕਰਦੇ ਨੇ? ਕਿਉਂਕਿ ਸਮੇਂ ਦੀ ਕੈਲਕੂਲੇਸ਼ਨ ਇਹਦੇ ਵਿੱਚ ਹੈ। ਕਹਿੰਦੇ ਨੇ 7 ਵਾਰਾਂ ਨੇ। ਤੇ ਦੇਖੋ ਚੰਦਰਮਾ ਨਾਲ ਸੰਬੰਧਿਤ ਤੇ ਸੂਰਜ ਨਾਲ ਸੰਬੰਧਿਤ ਜਿਤਨੀ ਵੀ ਚਾਲ ਦੇ ਨਾਲ ਪ੍ਰਗਟ ਹੋਣ ਵਾਲੇ ਪਾਠ ਨੇ ਅਸੀਂ ਉਹ ਦੇਖਦੇ ਹਾਂ। ਤੇ ਅਸੀਂ ਸੰਸਾਰੀ ਲੋਕ ਹਾਂ, ਸਾਨੂੰ ਸੰਸਾਰੀ ਐਗਜ਼ਾਮਪਲ ਦੇ ਕੇ ਮਹਾਰਾਜ ਜੀ ਸਮਝਾ ਰਹੇ ਨੇ। ਪਵਨ ਕਹਿੰਦੇ ਨੇ ਹਵਾ ਹੈ, ਪਾਣੀ ਜਲ ਹੈ, ਅਗਨੀ ਅੱਗ ਹੈ, ਪਾਤਾਲ ਪਤਾਲ ਹੈ। ਹੁਣ ਸਾਰਿਆਂ ਨੂੰ ਇਕੱਠਾ ਕਰ ਦਿੱਤਾ।
ਰਾਤਾਂ ਵੀ ਇਕੱਠੀਆਂ ਕਰ ਦਿੱਤੀਆਂ, ਰੁੱਤਾਂ ਵੀ ਇਕੱਠੀਆਂ ਕਰ ਦਿੱਤੀਆਂ, ਥਿੱਤਾਂ ਵੀ ਇਕੱਠੀਆਂ ਕਰ ਦਿੱਤੀਆਂ, ਵਾਰ ਵੀ ਇਕੱਠੇ ਕਰ ਦਿੱਤੇ, ਹਵਾ ਵੀ ਇਕੱਠੀ ਕਰ ਦਿੱਤੀ, ਪਾਣੀ ਵੀ ਇਕੱਠਾ ਕਰ ਦਿੱਤਾ, ਅੱਗ ਵੀ, ਪਾਤਾਲ ਵੀ। ਕਹਿੰਦੇ ਹੁਣ ਕੀ ਪੈਦਾ ਹੋਇਆ? ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਸ ਢੰਗ ਦੇ ਨਾਲ ਪਰਮੇਸ਼ਵਰ ਜੀ ਨੇ ਧਰਤੀ ਨੂੰ ਟਿਕਾਇਆ, ਧਰਤੀ ਨੂੰ ਥਾਪਣਾ ਦਿੱਤੀ ਕਿ ਇਸ ਧਰਤੀ ਦੇ ਉੱਤੇ ਆ ਕੇ ਧਰਮ ਕਮਾ ਸਕਦਾ ਹੈ, ਰੱਬ ਹੋ ਸਕਦਾ ਹੈ। ਇਹ ਬੰਦੇ ਨੂੰ ਧਰਮਸਾਲ ਪਰਮੇਸ਼ਵਰ ਜੀ ਨੇ ਬਖਸ਼ਿਸ਼ ਕੀਤੀ। ਤੇ ਧਰਤੀ ਨੂੰ ਕਿਉਂ ਆਖਿਆ? ਕਿਉਂਕਿ ਇਹ ਮੌਤ ਦਾ ਦੇਸ਼ ਹੈ, ਇੱਥੇ ਬਹੁਤਾ ਸਮਾਂ ਰਿਹਾ ਨਹੀਂ ਜਾ ਸਕਦਾ। ਇਸ ਕਰਕੇ ਧਰਮ ਦੀ ਜਦੋਂ ਗੱਲ ਆਏਗੀ, ਜੇ ਪਤਾ ਲੱਗ ਜਾਏ 40,000 ਸਾਲ ਅਸੀਂ ਜਿਉਂਦੇ ਰਹਿਣਾ ਵਾ, ਬੰਦੇ ਨੇ ਕਰਨਾ ਹੀ ਕੱਖ ਨਹੀਂ। ਬੰਦੇ ਨੇ ਕਹਿਣਾ ਅੱਛਾ 40,000 ਸਾਲ ਕੋਈ ਗੱਲ ਨਹੀਂ, ਆਪਾਂ 39,000 ਸਾਲ ਆਪਾਂ ਉਵੇਂ ਕੱਢ ਲੈਂਦੇ ਆ ਸੌਂ ਕੇ ਹੀ। ਮਹਾਰਾਜ ਜੀ ਨੇ ਬਚਨ ਕੀਤਾ ਕਿ ਧਰਤੀ ਨੂੰ ਧਰਮਸ਼ਾਲ ਥਾਪਿਆ ਹੋਇਆ, ਧਰਤੀ ਨੂੰ ਧਰਮ ਕਮਾਉਣ ਵਾਲੀ ਜਗ੍ਹਾ ਬਿਆਨ ਕੀਤੀ ਹੋਈ ਹੈ। ਇਸ ਕਰਕੇ ਜਿਸ ਥਾਂ ਦੇ ਉੱਤੇ ਥੋੜ੍ਹੇ ਸਮੇਂ ਵਾਸਤੇ ਸਾਨੂੰ ਸਮਾਂ ਮਿਲਿਆ, ਇਹ ਧਰਤੀ ਰੈਂਟਲ ਹੈ, ਇਹ ਕਿਰਾਏ ਦੀ ਧਰਤੀ ਹੈ, ਇੱਥੋਂ ਅਸੀਂ ਚਲੇ ਜਾਣਾ। ਇਸ ਕਰਕੇ ਜਦੋਂ ਪਤਾ ਲੱਗੇ ਨਾ ਕਿ ਟਾਈਮ ਥੋੜ੍ਹਾ ਹੈ ਤੇ ਕੰਮ ਜ਼ਿਆਦਾ, ਤੇ ਬੰਦਾ ਤੇਜ਼ੀ ਨਾਲ ਕਰਦਾ ਹੈ। ਜੇ ਤੇਜ਼ੀ ਨਾਲ ਕਰਦਾ ਤਾਂ ਹੀ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਚੌਥੇ ਪਹਿਰ ਉੱਠ। ਮਹਾਰਾਜ ਜੀ ਨੇ ਛੇਤੀ ਉੱਠਣ ਦੀ ਕੀ ਲੋੜ ਆ? 3 ਵਜੇ ਨਾਲ ਉੱਠ ਕੇ ਬਹਿ ਜਾਈਏ, ਥੋੜਾ ਲੇਟ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਟਾਈਮ ਤੇਰੇ ਕੋਲ ਬੜਾ ਥੋੜਾ ਹੈ, ਟਾਈਮ ਬਹੁਤ ਥੋੜਾ ਹੈ। ਤੇ ਜਦੋਂ ਟਾਈਮ ਥੋੜਾ ਹੋਵੇ, ਬੰਦਾ ਤੇਜ਼ੀ ਨਾਲ ਕੰਮ ਕਰਦਾ ਤੇ ਤੇਰੇ ਸੁਭਾਅ ਦੇ ਵਿੱਚ ਹੈ ਹੀ ਆਲਸ। ਜੇ ਤੇਰੇ ਕੋਲ ਟਾਈਮ ਹੀ ਪਤਾ ਲੱਗ ਜੇ ਨਾ ਕਿ 240 ਘੰਟੇ ਦਾ ਦੇਣੇ ਆ, ਫਿਰ ਮੈਨੂੰ ਲੱਗਦਾ ਹੈ ਜੀ ਬੰਦਾ ਫਿਰ ਸੌਂ ਕੇ ਵੀ ਥੱਕ ਜਾਏਗਾ ਕਿ ਪਤਾ ਨਹੀਂ ਕੀ ਗੱਲ ਆ, ਹੁਣ ਤੇ ਸੌਣਾ ਵੀ ਜ਼ਹਿਰ ਵਰਗਾ ਹੀ ਲੱਗਦਾ। ਹੁਣ 24 ਘੰਟੇ ਦਾ ਦੇਣੇ ਆ ਤੇ ਬੰਦਾ ਸੌਣ ਟਾਈਮ ਲੱਗਦਾ। ਫਿਰ ਇੱਕ ਰੱਬ ਦੀ ਕਿੰਨੀ ਦਇਆ ਆ, ਕਿੰਨੀ ਕਿਰਪਾ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਤੀ ਨੂੰ ਧਰਮ ਕਮਾਉਣ ਦੀ ਜਗ੍ਹਾ ਮੁਕਰਰ ਕੀਤਾ ਗਿਆ। ਐ ਬੰਦੇ ਤੂੰ ਧਰਤੀ ਦੇ ਉੱਤੇ ਬੈਠ ਕੇ ਸਰੀਰ ਦੇ ਵਿੱਚ ਚੁੱਭੀ ਮਾਰ ਕੇ ਅੰਤਰਮੁਖੀ ਹੋ ਕੇ ਤੇ ਫਿਰ ਤੂੰ ਧਰਮ ਕਮਾ ਸਕਦਾ, ਫਿਰ ਤੂੰ ਰੱਬ ਹੋ ਸਕਦਾ। ਜਿਸ ਤਰ੍ਹਾਂ ਹੁਣ ਪਾਣੀ ਦੇ ਵਿੱਚ ਆਪਾਂ ਮੰਨ ਲਓ ਸਵਿਮਿੰਗ ਪੂਲ ਹੈ ਜਾਂ ਫਿਰ ਦਰਿਆ ਹੈ ਜਾਂ ਨਹਿਰ ਹੈ, ਕੁਝ ਵੀ ਕਹਿ ਲਓ, ਤੇ ਹੁਣ ਕਿਸੇ ਬੰਦੇ ਨੇ ਵਿੱਚ ਚੁੱਭੀ ਮਾਰਨੀ, ਇਸ਼ਨਾਨ ਕਰਨਾ ਹੋਵੇ, ਤੇ ਬੰਦਾ ਉਸ ਨਦੀ ਉਸ ਸਰੋਵਰ ਦੇ ਵਿੱਚ ਚੁੱਭੀ ਮਾਰਨ ਤੋਂ ਪਹਿਲਾਂ ਬਾਹਰ ਹੀ ਛਾਲ ਮਾਰ ਕੇ ਬਾਹਰ ਹੀ ਜੰਪ ਕਰਕੇ ਕਹੇ ਲਓ ਜੀ ਆਪਾਂ ਇਸ਼ਨਾਨ ਵੀ ਕਰ ਲਿਆ, ਆਪਾਂ ਗਿੱਲੇ ਵੀ ਨਹੀਂ ਹੋਏ। ਵੇਖੋ ਕਿੰਨੀ ਸਾਡੇ ਕੋਲ ਕਰਾਮਾਤ ਆ। ਜਦੋਂ ਚੁੱਭੀ ਮਾਰਨੀ ਆ ਤੇ ਵਿੱਚ ਚੁੱਭੀ ਮਾਰਨੀ ਪਈ, ਭਾਵ ਕਿ ਦਰਿਆ ਦੇ ਵਿੱਚ, ਸਰੋਵਰ ਦੇ ਵਿੱਚ। ਇਸੇ ਤਰ੍ਹਾਂ ਜੇਕਰ ਅੰਦਰ ਦੀ ਪ੍ਰਾਪਤੀ ਚਾਹੀਦੀ ਹੈ ਤੇ ਜਿਹੜੇ ਇੰਦਰੇ ਬਾਹਰ ਮੁਖੀ ਖੁੱਲ੍ਹਦੇ ਨੇ, ਸਿਮਰਨ ਸਾਧਨਾ ਦੇ ਨਾਲ ਇਹ ਅੰਤਰਮੁਖੀ ਹੋ ਜਾਂਦੇ ਨੇ ਤੇ ਬੰਦੇ ਦੀ ਸੁਰਤ ਅੰਤਰਮੁਖ ਚੁੱਭੀ ਮਾਰਦੀ ਹੈ। ਫਿਰ ਜਾ ਕੇ ਪਤਾ ਲੱਗਦਾ ਹੈ ਕਿ ਧਰਮ ਖੰਡ ਕੀ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧਰਮ ਕਮਾਉਣ ਵਾਲੀ ਥਾਂ ਧਰਤੀ ਹੈ। ਤੇ ਇਸ ਚੀਜ਼ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਬੰਦਾ ਧਰਮ ਖੰਡ ਦਾ ਵਾਸੀ ਬਣਦਾ ਹੈ। ਉਸ ਤੋਂ ਪਹਿਲਾਂ ਤਾਂ ਇੰਝ ਹੀ ਲੱਗਦਾ ਕਿ ਬੋਝ ਪਾਇਆ ਹੋਇਆ ਇਹ ਧਰਤੀ ਤੇ। ਅਸੀਂ ਕਹਿ ਹੀ ਦਿੰਦੇ ਕਈ ਵਾਰੀ, ਅਸੀਂ ਸ਼ਬਦ ਸੁਣਦੇ ਹਾਂ, ਇੰਨਾ ਚੰਗਾ ਤੇ ਮਾਰੀ ਜਾਈਏ, ਮਾਰੀ ਜਾਈਏ, ਮਾਰੀ ਜਾਈਏ। ਅਸੀਂ ਕਹਿੰਦੇ ਰਹਿੰਦੇ ਹਾਂ, ਅਸੀਂ ਬੜੇ ਲੋਕਾਂ ਕੋਲੋਂ ਸੁਣਦੇ ਹਾਂ, ਜਦੋਂ ਪੁੱਛੋ ਨਾ ਕੀ ਹਾਲ ਆ, ਬਸ ਮੌਤ ਹੀ ਨਹੀਂ ਹੁੰਦੀ, ਅਸੀਂ ਔਖੇ ਹੋਏ ਪਏ ਹਾਂ। ਜਦੋਂ ਬੰਦਾ ਧਰਮ ਖੰਡ ਦਾ ਵਾਸੀ ਬਣਦਾ ਹੈ, ਉਦੋਂ ਬੰਦਾ ਕਹਿੰਦਾ ਹੈ ਵਾਹਿਗੁਰੂ ਇਹ ਬੜਾ ਜੀਵਨ ਕੀਮਤੀ ਹੈ। ਹੁਣ ਪਤਾ ਲੱਗਾ ਕਿ ਅੰਦਰ ਰੱਬ ਬੈਠਾ ਹੋਇਆ ਹੈ, ਵੇਟ ਕਰਦਾ ਪਿਆ ਕਿ ਇਹ ਹੁਣ ਅੰਦਰ ਚੁੱਭੀ ਮਾਰੇਗਾ, ਹੁਣ ਆਏਗਾ, ਹੁਣ ਆਏਗਾ। ਉਸ ਵੇਲੇ ਬੰਦਾ ਫਿਰ ਨੈਗੇਟਿਵ ਕੋਈ ਵੀ ਸ਼ਬਦ ਨਹੀਂ ਬੋਲਦਾ, ਬੰਦਾ ਮਾੜਾ ਸ਼ਬਦ ਨਹੀਂ ਬੋਲਦਾ, ਕਿਉਂਕਿ ਉਹਦੇ ਸਾਹਮਣੇ ਉਹ ਤਾਕਤ ਪ੍ਰਗਟ ਹੋ ਗਈ। ਫਿਰ ਉਹ ਐਸੀ ਸਟੇਜ ਦੇ ਉੱਤੇ ਜਿਉਂਦਾ ਹੈ ਜਿਸ ਸਟੇਜ ਦੇ ਉੱਤੇ ਬੰਦਾ ਸੁਚੇਤ ਹੋ ਕੇ ਕਹਿੰਦਾ ਥੋੜਾ ਜਿਹਾ ਹੋਰ ਸਫ਼ਰ ਤੈਅ ਕਰ ਲਈ, ਥੋੜਾ ਜਿਹਾ ਹੋਰ ਸਫ਼ਰ ਤੈਅ ਕਰ ਲਈ। ਉਦੋਂ ਪਤਾ ਲੱਗਦਾ ਕਿ ਇਹ ਸਫ਼ਰ ਤੈਅ ਕੀਤਾ ਜਾ ਰਿਹਾ।
ਧਰਮ ਖੰਡ ਦੇ ਉੱਤੇ ਪੈਰ ਰੱਖੇ ਤੋਂ ਬਿਨਾ, ਤੁਰੇ ਤੋਂ ਬਿਨਾ ਬੰਦਾ ਆਪਣੀ ਜ਼ਿੰਦਗੀ ਪਤਾ ਕਿਵੇਂ ਬਤੀਤ ਕਰਦਾ ਹੈ? ਕਰਤੂਤ ਪਸ਼ੂ ਕੀ ਮਾਨਸ ਜਾਤ, ਜਿਵੇਂ ਜਾਨਵਰ ਬਤੀਤ ਕਰਦੇ ਨੇ। ਜਾਨਵਰ ਬਤੀਤ ਕਰਦੇ ਨੇ, ਬੰਦਾ ਕਰੀ ਜਾਂਦਾ, ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ, ਖੇਡ ਲਿਆ, ਰੋ ਲਿਆ, ਟੈਨਸ਼ਨ ਕਰ ਲਈ, ਫਿਰ ਖੁਸ਼ ਹੋ ਗਿਆ, ਬਸ। ਇਹ ਸਾਰੇ ਜਾਨਵਰਾਂ ਦੇ ਕਰਮ ਨੇ, ਇਹਦੇ ਵਿੱਚ ਕੋਈ ਧਰਮੀ ਬੰਦੇ ਦਾ ਕਰਮ ਨਹੀਂ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਫਿਰ ਤੈਨੂੰ ਆਪਣੇ ਜੀਵਨ ਦੇ ਪ੍ਰਤੀ ਸਤਰਕਤਾ, ਫਿਰ ਆਪਣੇ ਜੀਵਨ ਦੇ ਪ੍ਰਤੀ ਇਮਾਨਦਾਰੀ ਪੈਦਾ ਹੋਏਗੀ। ਫਿਰ ਜਾ ਕੇ ਤੂੰ ਹਰ ਇੱਕ ਕਰਮ ਦੇਖੇਗਾ, ਤੈਨੂੰ ਉਹਦੇ ਵਿੱਚ ਰੱਬ ਦਿਸੇਗਾ। ਜਿਵੇਂ ਅਸੀਂ ਸੁਣਦੇ ਆ ਨਾ ਜੀ, ਭਾਈ ਸਾਹਿਬ ਜੀ ਦਾ ਤਾਂ ਨਾਂ ਨਹੀਂ ਲੈਣਾ ਚਾਹੀਦਾ, ਅੰਮ੍ਰਿਤ ਵੇਲੇ ਦਾ ਸਮਾਂ ਆ, ਚਲੋ ਫਿਰ ਵੀ ਸਿਆਣੇ ਬੰਦੇ ਸਮਝ ਲੈਂਦੇ ਨੇ। ਉਹ ਕਹਿੰਦੇ ਨੇ ਕਿ ਕੁਦਰਤ ਹੀ ਰੱਬ ਹੈ ਸੱਜਣਾ। ਜਿਸ ਵੇਲੇ ਧਰਮ ਖੰਡ ਦਾ ਵਾਸੀ ਹੋਵੇਗਾ, ਪਤਾ ਉਦੋਂ ਲੱਗਦਾ ਹੈ ਉਹ ਸ਼ਕਤੀ ਦਿਸਦੀ ਹੈ ਕਿ ਕੁਦਰਤ ਰੱਬ ਹੈ, ਕਿ ਰੱਬ ਨੇ ਕੁਦਰਤ ਦੇ ਵਿੱਚ ਆਪਣਾ ਆਪ ਬਿਠਾ ਕੇ ਤੇ ਉਹ ਸ਼ਕਤੀ ਪ੍ਰਗਟ ਕੀਤੀ ਹੈ। ਇਸੇ ਕਰਕੇ ਪੱਤਿਆਂ ਦੇ ਵਿੱਚ ਹਰਿਆਵਲ ਹੈ। ਬਿਨਾਂ ਪਹੁੰਚੇ ਡਿਕਲੇਅਰ ਕਰਨਾ ਇਹ ਧਰਮ ਦਾ ਪੱਖ ਨਹੀਂ। ਜਦੋਂ ਉੱਥੇ ਪਹੁੰਚ ਗਏ ਧਰਮ ਖੰਡ ਦੇ ਵਿੱਚ, ਅਸੀਂ ਆਸਣ ਲਾ ਲਿਆ, ਚੌਂਕੜਾ ਮਾਰ ਲਿਆ, ਫੇਰ ਤੁਹਾਡਾ ਕਹਿਣਾ ਕਿ ਕੁਦਰਤ ਦੇ ਵਿੱਚ ਹੀ ਵਸਿਆ ਹੈ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਉਸ ਵੇਲੇ ਤੂੰ ਪ੍ਰੈਕਟੀਕਲ ਵੇਖ ਕੇ ਬੋਲਦਾ ਪਿਆ ਹੈ, ਉਵੇਂ ਤੂੰ ਸੁਣ ਕੇ ਬੋਲਦਾ ਪਿਆ। ਫਰਕ ਕਿੰਨਾ ਹੈ ਜੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਫੇਰ ਤੈਨੂੰ ਹਰ ਇੱਕ ਸੰਸਾਰੀ ਚੀਜ਼ ਦੇ ਵਿੱਚ ਉਹ ਸ਼ਕਤੀ ਦਿਸੇਗੀ, ਜਿਹੜੀ ਸ਼ਕਤੀ ਪਰਮਾਤਮਾ ਨੇ ਟਿਕਾਈ ਹੋਈ ਹੈ। ਤੇ ਤੂੰ ਕਹੇਂਗਾ ਕਿ ਹੇ ਪਰਮਾਤਮਾ, ਆਹੋ ਤੇਰੀ ਕੁਦਰਤ, ਆਹੋ ਕੁਦਰਤ, ਵਾਹ ਵਾਹ ਵਾਹ। ਫੇਰ ਤੂੰ ਇਹਨਾਂ ਸ਼ਬਦਾਂ ਨੂੰ ਪੜ੍ਹੇਂਗਾ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਪਿਆ। ਕਹਿਣ ਦਾ ਅਰਥ ਇਹ ਹੈ, ਫੇਰ ਤੂੰ ਕੁਦਰਤ ਦੇ ਅਸਲੀ ਜਲਾਉ ਨੂੰ ਦੇਖੇਂਗਾ। ਅਜੇ ਤਾਂ ਤੈਨੂੰ ਦਰਖਤ ਹੀ ਦਿਖੀ ਜਾਂਦੇ ਨੇ, ਆਹ ਲੱਕੜ ਜੀ ਖੜੀ ਹੈ ਜੀ, ਆ ਪੱਤੇ ਜੇ ਹਰੇ ਜਿਹੇ ਰੰਗ ਦੇ ਲੱਗੇ ਨੇ, ਲਾਲ ਰੰਗ ਦੇ ਪੱਤੇ ਲੱਗੇ ਨੇ, ਫੁੱਲ ਲੱਗਾ, ਕੀ ਆ ਜੀ? ਜੇ ਇਹਨੂੰ ਵੱਢ ਕੇ ਸੁਕਾ ਲਓ ਤੇ ਬਾਲਣ ਦੇ ਕੰਮ ਆਉਂਦੀ ਹੈ, ਤੇ ਜੇ ਬੇਰ ਲੱਗੇ ਨੇ, ਭੁੱਖ ਲੱਗੀ ਹੈ ਤੇ ਬੇਰ ਪੱਕੇ ਨੇ ਤੇ ਖਾਣ ਦੇ ਕੰਮ ਆਉਂਦੇ ਨੇ, ਨਹੀਂ ਤਾਂ ਇਹ ਪਲਾਈ ਦੇ ਕੰਮ ਆਏ ਨੇ। ਸਾਡੀ ਰੇਂਜ ਇੱਥੋਂ ਤੱਕ ਹੀ ਆ। ਪਰ ਮਹਾਰਾਜ ਜੀ ਕਹਿੰਦੇ ਨੇ, ਜਿਹੜਾ ਜੋ ਦਾਤਾ ਹੈ ਉਹਦੀਆਂ ਦਾਤਾਂ ਨੂੰ ਦੇਖ ਕੇ ਦਾਤੇ ਦੇ ਨਾਲ ਸਿੱਧਾ ਕਨੈਕਸ਼ਨ ਹੋ ਜਾਏ, ਉਸੇ ਨੂੰ ਹੀ ਧਰਮ ਖੰਡੀਆ ਕਹਿੰਦੇ ਨੇ, ਧਰਮ ਖੰਡੀ ਬੰਦਾ। ਅੱਗੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਆਓ ਸ਼ਰਵਣ ਕਰੀਏ। ਤਿਸ ਵਿੱਚ ਜੀਅ ਜੁਗਤ ਕੇ ਰੰਗ। ਇਸ ਢੰਗ ਦੇ ਨਾਲ ਇਸ ਧਰਤੀ ਦੇ ਵਿੱਚ ਅਨੇਕਾਂ ਹੀ ਜੁਗਤੀਆਂ ਵਾਲੇ ਜੀਵ ਨੇ, ਅਨੇਕਾਂ ਹੀ ਰੰਗਾਂ ਦੇ ਜੀਵ ਹਨ। ਜੁਗਤੀਆਂ ਸ਼ਬਦ ਕਿਉਂ ਵਰਤਿਆ ਜੀ? ਜੁਗਤੀ ਦਾ ਅਰਥ ਹੁੰਦਾ ਢੰਗ, ਜੁਗਤੀ ਦਾ ਅਰਥ ਹੁੰਦਾ ਤਰੀਕਾ। ਤੇ ਰੱਬ ਨੇ ਕੀੜੀ ਤੱਕ ਨੂੰ ਤਰੀਕਾ ਦਿੱਤਾ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਮੀਂਹ ਪੈ ਜਾਣਾ, ਆਪਣਾ ਰਾਸ਼ਨ ਪਾਣੀ ਚੱਕੋ ਤੇ ਆਪਣੇ ਘਰ ਵਿੱਚ ਪਹੁੰਚੋ, ਇਕੱਠੀਆਂ ਹੋ ਕੇ ਪਹੁੰਚੋ। ਸੋ ਪਰਮੇਸ਼ਵਰ ਨੇ ਹਰ ਇੱਕ ਨੂੰ ਜੁਗਤੀ ਦਿੱਤੀ ਹੈ, ਹਰ ਇੱਕ ਨੂੰ ਜੁਗਤੀ ਦਿੱਤੀ ਹੈ। ਸੱਪ ਨੂੰ ਜੁਗਤੀ ਦਿੱਤੀ ਕਿ ਭਾਈ ਤੂੰ ਆਪ ਤੇ ਘਰ ਬਣਾ ਨਹੀਂ ਸਕਦਾ, ਕੋਈ ਗੱਲ ਨਹੀਂ, ਤੇਰੇ ਘਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਚੂਹੇ ਨੂੰ ਦਿੱਤੀ। ਜਦੋਂ ਚੂਹਾ ਘਰ ਬਣਾ ਲੇ, ਨਾਲ ਹੀ ਤੋਂ ਕਬਜ਼ਾ ਕਰਕੇ ਉੱਥੇ ਬਹਿ ਜਾਏ। ਵੇਖੋ, ਸੱਪ ਨੂੰ ਜੁਗਤੀ ਦਿੱਤੀ। ਹਰ ਇੱਕ ਜੀਵ ਨੂੰ ਪਰਮੇਸ਼ਵਰ ਜੀ ਨੇ ਜੁਗਤੀ ਦਿੱਤੀ, ਤਰੀਕਾ ਦਿੱਤਾ, ਜੀਣ ਦਾ ਢੰਗ ਦਿੱਤਾ। ਐਸੀ ਗੱਲ ਨਹੀਂ ਹੈ ਕਿ ਸੱਪ ਦੂਜੇ ਨੂੰ ਪੁੱਛਦਾ ਫਿਰੇ ਕਿ ਮੈਨੂੰ ਰੱਬ ਨੇ ਕਿਹੜੀ ਜੁਗਤੀ ਦਿੱਤੀ ਆ। ਜਦੋਂ ਕੋਈ ਵੀ ਜਾਨਵਰ, ਕੋਈ ਜੀਵ ਪੈਦਾ ਹੁੰਦਾ, ਉਹਨੂੰ ਪਰਮੇਸ਼ਵਰ ਨੇ ਨਾਲ ਹੀ ਗਿਆਨ ਵੀ ਦਿੱਤਾ, ਜੁਗਤੀ ਵੀ ਦਿੱਤੀ ਹੈ, ਢੰਗ ਤਰੀਕਾ ਵੀ ਦਿੱਤਾ। ਉਸਨੂੰ ਪਤਾ ਕਿ ਮੈਂ ਆਪਣੇ ਆਪ ਨੂੰ ਸਿਕਿਉਰ ਕਿਵੇਂ ਕਰਨਾ, ਸੇਫ ਕਿਵੇਂ ਕਰਨਾ। ਹਰ ਜੀਵ ਜਾਨਵਰ ਨੂੰ ਜੁਗਤੀ ਦਿੱਤੀ ਤੇ ਬੰਦੇ ਨੂੰ ਵੀ ਪਰਮੇਸ਼ਵਰ ਨੇ ਆਤਮਿਕ ਸ਼ਕਤੀ ਦਿੱਤੀ। ਹਰ ਜਾਨਵਰ ਆਪਣੀ ਜੁਗਤੀ ਯੂਜ਼ ਕਰਦਾ ਹੈ, ਬੰਦੇ ਨੂੰ ਅਜੇ ਤੱਕ ਜੁਗਤੀ ਯੂਜ਼ ਕਰਨ ਦੀ ਇਹਨੂੰ ਅਕਲ ਨਹੀਂ ਆਈ, ਇਹਨੂੰ ਸਮਝ ਨਹੀਂ ਆਈ ਕਿ ਤੂੰ ਰੱਬ ਹੋ ਸਕਦਾ ਹੈ, ਤੂੰ ਰੱਬ ਵਾਲੇ ਪਾਸੇ ਤੁਰ। ਤੇ ਮਹਾਰਾਜ ਜੀ ਕਹਿੰਦੇ ਨੇ, ਅਨੇਕਾਂ ਰੰਗਾਂ ਦੇ ਜੀਵ ਨੇ, ਅਨੇਕਾਂ ਰੰਗਾਂ ਦੀਆਂ ਜੁਗਤੀਆਂ ਨੇ,
ਫਿਰ ਇਹਨਾਂ ਨੂੰ ਦੇਖ ਕੇ ਫਿਰ ਬੰਦੇ ਦਾ ਅੰਦਰ ਠੰਡਾ ਹੁੰਦਾ ਹੈ, ਬੰਦਾ ਸਿਮਰਨ ਦੇ ਵਿੱਚ ਜੁੜਦਾ ਹੈ, ਕਿਉਂਕਿ ਉਹਨਾਂ ਦੇ ਕੋਲੋਂ ਵੀ ਸਾਨੂੰ ਜੋ ਸ਼ਬਦਾਵਲੀ ਮਿਲਦੀ ਹੈ ਉਹ ਸੁਣਦਿਆਂ ਸਾਰ ਹੀ ਅਸੀਂ ਪਰਮੇਸ਼ਵਰ ਜੀ ਨਾਲ ਜੁੜ ਜਾਂਦੇ ਹਾਂ। ਸਮਾਂ ਇਸ ਧਰਤੀ ਉੱਤੇ ਥੋੜ੍ਹਾ ਹੈ, ਤੇ ਆਪ ਜੀ ਗੁਰਬਾਣੀ ਵਿੱਚੋਂ ਪੜ੍ਹ ਕੇ ਦੇਖੋ, ਮਹਾਰਾਜ ਜੀ ਬਾਰ-ਬਾਰ ਕਹਿੰਦੇ ਨੇ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣ। ਬਾਰ-ਬਾਰ ਗੱਲ ਕਰਨਗੇ, ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਸ਼ ਤੇ, ਬਾਰ-ਬਾਰ ਗੱਲ ਕਰਨਗੇ। ਉਹ ਇਸੇ ਕਰਕੇ ਕਰਦੇ ਪਏ ਨੇ, ਇਸ ਕਰਕੇ ਨਹੀਂ ਕਰਦੇ ਪਏ ਨੇ ਤੂੰ ਮਰ ਜਾਣਾ, ਤੂੰ ਮਰ ਜਾਣਾ, ਤੂੰ ਮਰ ਜਾਣਾ। ਜੇ ਮਰ ਹੀ ਜਾਣਾ ਤੇ ਫਿਰ ਇੰਨੀ ਵਾਰ ਕਹਿਣ ਦੀ ਲੋੜ ਕੀ ਹੈ? ਮਹਾਰਾਜ ਜੀ ਸਾਨੂੰ ਇੱਕੋ ਵਾਰੀ ਕਹਿ ਦਿਓ ਕਿ ਤੂੰ ਮਰ ਜਾਣਾ, ਬਸ ਠੀਕ ਹੈ। ਮਹਾਰਾਜ ਜੀ ਕਹਿੰਦੇ ਨੇ ਮਰ ਜਾਣਾ ਹੈ, ਮਰ ਜਾਣਾ। ਮਰਨ ਤੋਂ ਪਹਿਲਾਂ ਕੁਝ ਨਾ ਕੁਝ ਕਮਾਲ ਹੈ, ਧਰਮ ਕਮਾਲ ਹੈ, ਸੱਚਖੰਡ ਤੱਕ ਪਹੁੰਚਣਾ ਹੈ। ਥੋੜਾ ਜਿਹਾ ਸਿਆਣਾ ਬਣ, ਗੁਰੂ ਕੋਲ ਆ, ਗੁਰੂ ਨੂੰ ਪੁੱਛ, ਗੁਰੂ ਤੈਨੂੰ ਮਾਰਗ ਦੱਸੇਗਾ, ਗੁਰੂ ਤੈਨੂੰ ਲੈ ਕੇ ਜਾਏਗਾ, ਗੁਰੂ ਤੈਨੂੰ ਅਸੀਮ ਸ਼ਕਤੀ ਬਖਸ਼ੇਗਾ। ਮੌਤ ਤੋਂ ਪਹਿਲਾਂ ਤੂੰ ਆਪਣੀ ਮੰਜ਼ਿਲ ਨੂੰ ਹਾਸਲ ਕਰ। ਇਸ ਕਰਕੇ ਗੁਰੂ ਮਹਾਰਾਜ ਜੀ ਬਾਰ-ਬਾਰ ਕਹਿੰਦੇ ਨੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਤੂੰ ਤਾਂ ਹੀ ਗੁਰੂ ਦੇ ਕੋਲ ਆਇਆ ਸਫਲਾ ਸਮਝ। ਤੂੰ ਸਭ ਤੋਂ ਪਹਿਲਾਂ ਯਾਦ ਕਰਕੇ, ਮੌਤ ਪਤਾ ਨਹੀਂ ਕਿਹੜੇ ਵੇਲੇ ਹੋ ਜਾਣੀ। ਇਸ ਕਰਕੇ ਐਸਾ ਜੀਵਨ ਗੁਰੂ ਕੋਲ ਪ੍ਰਾਪਤ ਕਰ, ਜਿਹੜਾ ਜੀਵਨ ਕਦੇ ਵੀ ਮੌਤ ਵਾਲੇ ਪਾਸੇ ਪ੍ਰਵਿਰਤ ਨਹੀਂ ਹੁੰਦਾ। ਤੇ ਸਤਿਗੁਰੂ ਸਮਝਾਉਂਦੇ ਨੇ, ਭਾਈ ਫਿਰ ਪਤਾ ਲੱਗਦਾ ਹੈ ਕਿ ਅਨੇਕਾਂ ਰੰਗਾਂ ਦੇ ਜੀਵ ਪਰਮੇਸ਼ਵਰ ਜੀ ਨੇ ਪੈਦਾ ਕੀਤੇ, ਤੇ ਸਾਰੇ ਰੰਗਾਂ ਦੇ ਵਿੱਚ ਰੱਬ ਦਾ ਰੰਗ ਦਿਸਦਾ ਉਦੋਂ ਜਦੋਂ ਧਰਮਖੰਡ ਵਿੱਚ ਅਸੀਂ ਪਹੁੰਚ ਜਾਂਦੇ। ਧਰਮਖੰਡ ਵਿੱਚ ਪਹੁੰਚਣ ਤੋਂ ਬਾਅਦ ਫਿਰ ਸਾਨੂੰ ਸਾਰੇ ਰੰਗਾਂ ਦੇ ਵਿੱਚ ਰੱਬ ਦਾ ਹੀ ਰੰਗ ਦਿਸਦਾ। ਤਿਨ ਕੇ ਨਾਮ ਅਨੇਕ ਅਨੰਤ। ਹਰ ਇੱਕ ਜੀਵ ਦੇ ਨਾਮ ਵੱਖੋ ਵੱਖਰੇ ਨੇ। ਕਦੀ ਕਿਸੇ ਨੇ ਕਬੂਤਰ ਨੂੰ ਤੋਤਾ ਨਹੀਂ ਕਹਿ ਦਿੱਤਾ, ਕਦੀ ਕਿਸੇ ਨੂੰ ਮੱਝ ਨੂੰ ਬੱਕਰੀ ਨਹੀਂ ਕਹਿ ਦਿੱਤਾ। ਪਰਮੇਸ਼ਵਰ ਜੀ ਨੇ ਜੀਵ ਜੰਤੂ ਪੈਦਾ ਕੀਤੇ, ਅਨੇਕਾਂ ਰੰਗ ਪੈਦਾ ਕੀਤੇ, ਫਿਰ ਉਹਨਾਂ ਜੀਵ ਜੰਤੂਆਂ ਦੇ ਨਾਮ ਵੀ ਪੈਦਾ ਕੀਤੇ, ਤੇ ਕਹਿਣ ਲੱਗੇ ਉਹਨਾਂ ਦੇ ਨਾਮਾਂ ਦੀ ਵੀ ਗਿਣਤੀ ਕੋਈ ਨਹੀਂ, ਅਣਗਿਣਤ ਹੀ ਜੀਵ ਹਨ, ਅਣਗਿਣਤ ਹੀ ਉਹਨਾਂ ਦੇ ਨਾਮ ਹਨ, ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਪਰਮਾਤਮਾ ਬੇਅੰਤ ਹੈ। ਬੇਅੰਤ ਦੀ ਕੋਈ ਵੀ ਕਿਰਤ ਨੂੰ ਅਸੀਂ ਅੰਤ ਵਾਲੇ ਪਾਸੇ ਨਹੀਂ ਲੈ ਕੇ ਜਾ ਸਕਦੇ। ਇੱਥੋਂ ਤੱਕ 84 ਲੱਖ ਜੂਨਾਂ ਵਿੱਚ ਇੱਕ ਜੂਨ ਦਾ ਵੀ ਅਸੀਂ ਸਿਰਾ ਨਹੀਂ ਲੱਭ ਸਕਦੇ। ਸਾਇੰਸ ਖੋਜ ਕਰਕੇ ਹੰਬ ਗਈ, ਥੱਕ ਗਈ। ਕਹਿੰਦੇ ਨੇ ਕਿ ਇੱਕ ਜੋ ਜੂਨ ਹੈ 84 ਲੱਖ ਜੂਨਾਂ ਵਿੱਚ, ਇੱਕ ਜੂਨ ਦਾ ਵੀ ਸਿਰਾ ਨਹੀਂ ਲੱਭਦਾ ਪਿਆ, ਇੱਕ ਜੂਨ ਦਾ ਸਿਰਾ ਨਹੀਂ ਲੱਭਦਾ ਪਿਆ, ਕਿਉਂਕਿ ਬੇਅੰਤ ਹੈ। ਬੇਅੰਤ ਦੀ ਰਚਨਾ ਦਾ ਅੰਤ ਪਾਉਣਾ ਬੜਾ ਔਖਾ ਹੈ। ਮਹਾਰਾਜ ਜੀ ਅੱਗੇ ਕਿਰਪਾ ਕਰਦੇ ਹਨ। ਕਰਮੀ ਕਰਮੀ ਹੋਏ ਵਿਚਾਰ। ਇਸ ਕਰਕੇ ਸਾਨੂੰ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਧਰਮ ਖੰਡ ਦੇ ਵਿੱਚ ਪਹੁੰਚ ਕੇ ਫਿਰ ਮਨੁੱਖ ਆਪਣੇ ਕਰਮਾਂ ਦੇ ਪ੍ਰਤੀ ਇੰਨਾ ਕੁ ਸੁਚੇਤ ਹੋ ਜਾਂਦਾ ਹੈ ਕਿ ਮਨੁੱਖ ਆਪਣੇ ਅੰਦਰ ਮਾੜਾ ਖਿਆਲ ਵੀ ਨਹੀਂ ਲੈ ਕੇ ਆਉਂਦਾ, ਕਿਉਂਕਿ ਪਤਾ ਹੈ ਜਿਹੜਾ ਖਿਆਲ ਅੰਦਰੋਂ ਲੈ ਆਉਂਦਾ ਉਹ ਬੀਜਿਆ ਜਾਣਾ, ਜਿਹੜਾ ਬੀਜਿਆ ਗਿਆ ਉਹ ਸਾਨੂੰ ਵੱਢਣਾ ਪੈਣਾ, ਜਿਹੜਾ ਸਾਨੂੰ ਵੱਢਣਾ ਪੈਣਾ ਸਾਨੂੰ ਖਾਣਾ ਪੈਣਾ। ਤੇ ਅਸੀਂ ਇੰਝ ਨਹੀਂ ਕਹਿ ਸਕਦੇ ਕਿ ਅਸੀਂ ਆਪਣੇ ਨਾ ਘਰ ਦੇ ਸਾਈਡ ਤੇ ਮਿਰਚਾਂ ਲਾਈਆਂ, ਨਹੀਂ ਜੀ ਕਰਦਾ ਤੇ ਨਹੀਂ ਖਾਧੀਆਂ ਮਿਰਚਾਂ। ਪਰ ਇਹ ਅਸੂਲੇ ਕੁਦਰਤ ਹੈ। ਇਸ ਕੁਦਰਤ ਦੇ ਅਸੂਲ ਵਿੱਚ ਜੋ ਤੁਸੀਂ ਬੀਜ ਦਿੱਤਾ ਉਹ ਤੁਹਾਨੂੰ ਖਾਣਾ ਹੀ ਪੈਣਾ ਹੈ। ਕੁਦਰਤ ਹੀ ਖਵਾਉਂਦੀ ਹੈ, ਇਹਦੇ ਕੋਲ ਢੰਗ ਬਹੁਤ ਨੇ। ਇਹ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਕਰਮੀ ਕਰਮੀ ਹੋਏ ਵਿਚਾਰ। ਫਿਰ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਜੀਵ ਜਿਹੋ ਜਿਹੇ ਕਰਮ ਕਰਦਾ ਹੈ, ਉਹਨਾਂ ਦੇ ਕਰਮਾਂ ਦੇ ਅਨੁਸਾਰ ਫਿਰ ਉਹਨਾਂ ਨੂੰ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਤੇ ਕਰਮ ਸਾਡੇ ਵਿੱਚ ਸੁਤੰਤਰ ਹੁੰਦਾ ਹੈ। ਜਿਸ ਵੇਲੇ ਧਰਮ ਖੰਡ ਵਿੱਚ ਅਸੀਂ ਪ੍ਰਵੇਸ਼ ਹੋ ਜਾਂਦੇ ਹਾਂ ਤੇ ਫਿਰ ਮਨੁੱਖ ਆਤਮਿਕ ਸੂਝ ਸਮਝ ਵਾਲਾ ਹੋ ਜਾਂਦਾ ਹੈ। ਫਿਰ ਹਰ ਕਰਮ ਦੇ ਵਿੱਚ ਅਧਿਆਤਮਿਕਤਾ, ਹਰ ਕਰਮ ਦੇ ਵਿੱਚ
ਰੂਹਾਨੀਅਤ ਹਰ ਕਰਮ ਦੇ ਵਿੱਚ ਸੰਪੂਰਨਤਾ ਮਹਿਸੂਸ ਕਰਦਾ ਹੈ, ਹਰ ਕਰਮ ਦੇ ਵਿੱਚ। ਫਿਰ ਆਤਮਿਕ ਜੀਵਨ ਦੇ ਹਿਸਾਬ ਨਾਲ ਫਿਰ ਉਹ ਕਰਮ ਕਰਦਾ ਹੈ, ਤੇ ਜਦੋਂ ਆਤਮਿਕ ਜੀਵਨ ਪ੍ਰਾਪਤ ਹੋ ਜਾਏ ਫਿਰ ਕਰਮਾਂ ਦੇ ਵਿੱਚ ਸਿਰਫ ਰੱਬ ਹੀ ਪ੍ਰਗਟ ਹੁੰਦਾ ਹੈ, ਹੋਰ ਕੋਈ ਚੀਜ਼ ਪ੍ਰਗਟ ਨਹੀਂ ਹੁੰਦੀ। ਕਿਉਂਕਿ ਮਲੀਨ ਫੁਰਨਾ, ਮੈਲਾ ਫੁਰਨਾ ਤੇ ਫਿਰ ਰਹਿ ਹੀ ਨਹੀਂ ਜਾਂਦਾ। ਕਹਿ ਰਹੇ ਨੇ, ਕਰਮੀ ਕਰਮੀ ਹੋਏ ਵਿਚਾਰ, ਜਿੰਨੇ ਵੀ ਜੀਵ ਹਨ, ਜਿਨ੍ਹਾਂ ਦੇ ਬੇਅੰਤ ਰੰਗ ਹਨ, ਬੇਅੰਤ ਨਾਮ ਹਨ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਆਪੋ ਆਪਣੇ ਕਰਮਾਂ ਦੇ ਅਨੁਸਾਰ ਅਕਾਲ ਪੁਰਖ ਦੇ ਦਰ ਤੋਂ ਉਹਨਾਂ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਸ ਕਰਕੇ ਸਾਨੂੰ ਨਿਰੰਤਰ ਦਿਨ ਰਾਤ ਵਾਹਿਗੁਰੂ 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 ਜਪਦੇ ਰਹਿਣਾ ਚਾਹੀਦਾ। ਕਿਉਂਕਿ ਧਰਮ ਖੰਡ ਵਿੱਚ ਜਦੋਂ ਅਸੀਂ ਪ੍ਰਵੇਸ਼ ਕਰ ਗਏ ਫਿਰ ਸਾਨੂੰ ਇੰਨੀ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਫਿਰ ਤੇ ਪਹੁੰਚ ਗਏ ਨਾ। ਫਿਰ ਤੇ ਜੋ ਯਾਤਰਾ ਹੈ, ਫਿਰ ਆਤਮਿਕ ਸ਼ਕਤੀ, ਫਿਰ ਆਤਮਿਕ ਜੀਵਨ ਸਾਡੇ ਅੰਦਰ ਦੀ ਭੁੱਖ ਬਣ ਜਾਂਦਾ ਹੈ। ਧਰਮ ਖੰਡ ਤੇ ਪਹੁੰਚ ਕੇ ਫਿਰ ਇੱਕ ਭੁੱਖ ਲੱਗਦੀ ਹੈ, ਕਰਿਓਸਿਟੀ ਪੈਦਾ ਹੁੰਦੀ ਹੈ। ਜਿਸ ਤਰ੍ਹਾਂ ਸਾਨੂੰ ਪ੍ਰਸ਼ਾਦੇ ਦੀ ਭੁੱਖ ਲੱਗਦੀ ਹੈ ਨਾ ਜੀ, ਫਿਰ ਸਾਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗਦੀ ਹੈ, ਫਿਰ ਸ਼੍ਰੀ ਜਪਜੀ ਸਾਹਿਬ ਜੀ ਦੀ ਭੁੱਖ ਲੱਗਦੀ ਹੈ। ਫਿਰ ਜਦੋਂ ਭੁੱਖ ਲੱਗਦੀ ਹੈ ਫਿਰ ਸਾਡਾ ਨਾਮ ਜਪਣਾ ਇੱਕ ਬੇਅੰਤ ਆਨੰਦਦਾਇਕ ਕਰਮ ਬਣ ਜਾਂਦਾ ਹੈ। ਉੱਥੇ ਖੇਡ ਹੋਰ ਵਰਤਦੀ ਹੈ, ਉੱਥੇ ਕਿਉਂਕਿ ਵਿਸ਼ਵਾਸ ਸੰਪੂਰਨ ਆ ਜਾਂਦਾ ਹੈ। ਧਰਮ ਖੰਡ ਤੇ ਜਦੋਂ ਬੰਦਾ ਪਹੁੰਚਦਾ ਹੈ ਤੇ ਭਰੋਸਾ ਅਟੁੱਟ ਹੋ ਜਾਂਦਾ ਹੈ। ਪਤਾ ਇੱਥੋਂ ਤੱਕ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜੇ ਮੈਂ ਸਮੁੰਦਰ ਦੇ ਵਿੱਚ ਜੰਪ ਕਰਕੇ ਮੈਂ ਉਹਦਾ ਨਾਮ ਜਪਿਆ ਤੇ ਸਮੁੰਦਰ ਨੇ ਲਹਿਰਾਂ ਇਕੱਠੀਆਂ ਕਰਕੇ ਤੇ ਮੈਨੂੰ ਬੜੇ ਸਤਿਕਾਰ ਦੇ ਨਾਲ ਪਰਲੇ ਪਾਸੇ ਕਰ ਦੇਣਾ ਹੈ। ਮੈਂ ਮਰਾਂਗਾ ਨਹੀਂ, ਮੈਂ ਡੁੱਬਾਂਗਾ ਨਹੀਂ, ਮੇਰੀ ਮੌਤ ਨਹੀਂ ਹੋਏਗੀ। ਭਰੋਸਾ ਇੰਨਾ ਪੈਦਾ ਹੋ ਜਾਂਦਾ ਹੈ, ਤੇ ਭਰੋਸੇ ਦੇ ਵਿੱਚੋਂ ਹੀ ਤੇ ਗੁਰੂ ਦੀ ਆਤਮਿਕ ਸ਼ਕਤੀ ਪ੍ਰਗਟ ਹੁੰਦੀ ਹੈ, ਭਰੋਸੇ ਨਾਲ ਹੀ ਹੁੰਦੀ ਹੈ। ਅਸੀਂ ਇਹ ਥੋੜ੍ਹਾ ਕਹਾਂਗੇ ਪਹਿਲਾਂ ਗੁਰੂ ਗੋਬਿੰਦ ਸਿੰਘ, ਪਹਿਲਾਂ ਤੁਸੀਂ ਮਹਾਰਾਜ ਜੀ ਆਓ ਸੱਚਖੰਡ ਤੋਂ, ਪਹਿਲਾਂ ਤੁਸੀਂ ਇੱਕ ਕੰਟਰੈਕਟ ਸਾਈਨ ਕਰੋ ਕਿ ਵਾਕਈ ਤੁਸੀਂ ਸਾਡੇ ਗੁਰੂ ਹੋ ਵੀ ਕਿ ਨਹੀਂ, ਬਚਾਓਗੇ ਵੀ ਕਿ ਨਹੀਂ। ਪਹਿਲਾ ਭਰੋਸਾ ਹੈ, ਭਰੋਸੇ ਤੋਂ ਬਾਅਦ ਗੁਰੂ ਦਾ ਪ੍ਰਗਟ ਹੋਣਾ ਹੈ। ਤੇ ਉਹਨਾਂ ਦਿਵ ਨੇਤਰਾਂ ਦੇ ਨਾਲ ਜਦੋਂ ਅਸੀਂ ਗੁਰੂ ਨੂੰ ਦੇਖਦੇ ਹਾਂ ਫਿਰ ਗੱਲ ਕੁਝ ਹੋਰ ਬਣਦੀ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਕਰਮਾਂ ਦੇ ਅਨੁਸਾਰ ਵਿਚਾਰ ਹੁੰਦੀ ਹੈ। ਤੇ ਜਦੋਂ ਅਸੀਂ ਆਤਮਿਕ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਹਾਂ ਫਿਰ ਪਤਾ ਕੀ ਲੱਗਦਾ ਹੈ ਜੀ, ਕੀ ਮਹਿਸੂਸ ਹੁੰਦਾ ਹੈ। ਆਓ ਸ਼ਰਵਣ ਕਰੀਏ। ਸੱਚਾ ਆਪ ਸੱਚਾ ਦਰਬਾਰ, ਫਿਰ ਪਤਾ ਲੱਗਦਾ ਹੈ ਕਿ ਉਹ ਪਰਮੇਸ਼ਵਰ ਸੱਚਾ ਹੈ, ਜਿਉਂਦਾ ਹੈ, ਸਾਨੂੰ ਹਰਦਮ ਆਪਣੇ ਪਾਸ ਦਿਸਦਾ ਹੈ। ਸਾਨੂੰ ਹਰਦਮ ਭਰੋਸਾ ਹੁੰਦਾ ਹੈ ਉਹ ਸੱਚਾ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ। ਕਿਉਂਕਿ ਦਰਬਾਰ ਦਾ ਅਕਸ ਪੈਣਾ ਸ਼ੁਰੂ ਹੋ ਜਾਂਦਾ ਹੈ ਧਰਮ ਖੰਡ ਤੇ, ਉਹਦੀ ਸੱਚਖੰਡ ਦੀ ਉਸ ਅਸੀਮ ਸ਼ਕਤੀ ਦਾ ਅਕਸ ਪੈਣਾ ਸ਼ੁਰੂ ਹੋ ਜਾਂਦਾ ਹੈ। ਫਿਰ ਅੰਦਰ ਵਿਸ਼ਵਾਸ, ਅੰਦਰ ਭਰੋਸਾ ਹੋਰ ਵੀ ਪ੍ਰਬਲ ਹੋ ਜਾਂਦਾ ਹੈ, ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਤੇ ਉਹ ਜੋ ਦਰਬਾਰ ਹੈ ਉਹਦਾ ਅਕਸ ਪੈਣਾ ਸ਼ੁਰੂ ਹੁੰਦਾ ਹੈ ਤੇ ਫਿਰ ਪਰਮਾਤਮਾ ਦੀ ਸ਼ਕਤੀ ਵੀ ਸਾਨੂੰ ਕੋਲ ਪ੍ਰਗਟ ਦਿਸਦੀ ਹੈ। ਤੇ ਇਸ ਢੰਗ ਦੇ ਨਾਲ ਫਿਰ ਅਸੀਂ ਸ਼ਬਦ ਇਹ ਯੂਜ਼ ਕਰਦੇ ਹਾਂ ਕਿ ਉਹ ਸੱਚਾ ਹੈ, ਸੱਚਾ ਹੈ। ਅਸਲ ਵਿੱਚ ਕੋਈ ਵੀ ਸ਼ਬਦ ਉਹਦੇ ਰੂਪ ਨੂੰ ਬਿਆਨ ਨਹੀਂ ਕਰ ਸਕਦਾ, ਕੋਈ ਵੀ ਸ਼ਬਦ ਉਹਦੀ ਵਡਿਆਈ ਨੂੰ ਬਿਆਨ ਨਹੀਂ ਕਰ ਸਕਦਾ। ਕਿਉਂਕਿ ਪ੍ਰੈਕਟੀਕਲੀ ਜੋ ਅਸੀਂ ਦੇਖਦੇ ਹਾਂ ਉਹ ਆਪ ਜੀ ਜਿਸ ਵੇਲੇ ਦੇਖੋਗੇ ਆਪ ਜੀ ਕਹੋਗੇ ਕੋਈ ਸ਼ਬਦ ਦੁਨੀਆ ਦੇ ਬਣਿਆ ਹੀ ਨਹੀਂ ਜਿਹਦੇ ਵਿੱਚ ਉਹਦੀ ਸਿਫਤ ਕੀਤੀ ਜਾ ਸਕਦੀ ਹੈ। ਪਰ ਗੁਰੂ ਮਹਾਰਾਜ ਜੀ ਨੇ ਇੰਪੋਸੀਬਲ ਜੋ ਕੰਮ ਸੀ ਪੋਸੀਬਲ ਕਰ ਦਿੱਤਾ। ਜਿਹੜੀ ਅਨੰਤ ਸ਼ਕਤੀ ਦੀ ਕੋਈ ਸਿਫਤ ਨਹੀਂ ਕਰ ਸਕਦਾ, ਕੋਈ ਅੱਖਰ ਨਹੀਂ ਹੈ। ਮਹਾਰਾਜ ਜੀ ਨੇ 1430 ਅੰਗ ਸਿਰਜ ਕੇ ਸਾਡੀ ਝੋਲੀ ਦੇ ਵਿੱਚ ਇੱਕ ਬਹੁਤ ਵੱਡਾ ਦਰਗਾਹੀ ਖਜ਼ਾਨਾ ਪਾਇਆ ਤੇ ਆਖਿਆ ਭਾਈ ਤੁਸੀਂ ਸਿਫਤ ਸਲਾਹ ਕਰੋ, ਤੁਹਾਨੂੰ ਰੱਬ ਦੀ ਪ੍ਰਾਪਤੀ ਹੋਏਗੀ।
ਤੁਹਾਨੂੰ ਸੱਚਖੰਡ ਦੀ ਪ੍ਰਾਪਤੀ ਹੋਏਗੀ। ਨਹੀਂ ਤਾਂ ਕੋਈ ਅੱਖਰ ਅਜੇ ਹੈ ਨਹੀਂ ਜੋ ਰੱਬ ਦੀ ਸਿਫਤ ਦੇ ਵਿੱਚ ਪੂਰਾ ਢੁੱਕ ਸਕੇ, ਜਾਂ ਫਿਰ ਕੋਈ ਐਗਜ਼ਾਮਪਲ ਰੱਬ ਵਾਸਤੇ ਸੈੱਟ ਹੋ ਸਕੇ। ਇੱਥੋਂ ਤੱਕ ਕਿ ਗੁਰਸਿੱਖਾਂ ਵਾਸਤੇ ਕੋਈ ਐਗਜ਼ਾਮਪਲ ਸੈੱਟ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਗੁਰਸਿੱਖ 10 ਗਿਆਨ ਇੰਦਰੇ ਕਰਮ ਇੰਦਰੇ ਥੋੜਾ ਹੁੰਦਾ ਹੈ। ਗੁਰਸਿੱਖ ਤੇ ਉਹ ਅਸੀਮ ਸਟੇਜ ਹੁੰਦੀ ਆ, ਅਸੀਮ ਸ਼ਕਤੀ ਹੁੰਦੀ ਆ ਜੋ ਰੱਬ ਦੇ ਵਿੱਚ ਮਿਲ ਗਈ। ਉਸੇ ਨੂੰ ਅਸੀਂ ਗੁਰਸਿੱਖ ਕਹਿੰਦੇ ਹਾਂ। ਕਿਸੇ ਪਹਿਰਾਵੇ ਨੂੰ ਅਸੀਂ ਗੁਰਸਿੱਖ ਕਹਿੰਦੇ ਹਾਂ। ਮਹਾਰਾਜ ਜੀ ਬਚਨ ਕਰਦੇ ਨੇ ਕਿ ਭਾਈ ਪ੍ਰਮਾਤਮਾ ਦਾ ਫਿਰ ਦਰਬਾਰ ਸੱਚਾ ਲੱਗਦਾ ਹੈ ਤੇ ਪ੍ਰਮਾਤਮਾ ਦੀ ਉਹ ਤਾਕਤ ਸੱਚੀ ਲੱਗਦੀ ਹੈ। ਜਿੰਨਾ ਚਿਰ ਧਰਮਖੰਡ 'ਚ ਪਹੁੰਚੇ ਨਹੀਂ ਉਹਨਾਂ ਚਿਰ ਸਭ ਝੂਠਾ ਹੀ ਲੱਗਦਾ ਹੈ। ਕਈ ਵਾਰੀ ਰੱਬ 'ਤੇ ਵੀ ਸ਼ੱਕ ਹੋ ਜਾਂਦਾ ਹੈ ਵੀ ਹੈ ਕਿ ਨਹੀਂ। ਇਹ ਜੋ ਸ਼ੱਕ ਹੈ, ਡਾਊਟ ਹੈ, ਇਹ ਦੱਸਦਾ ਹੈ ਕਿ ਇਸ ਬੰਦੇ ਨੇ ਅਜੇ ਧਰਮਖੰਡ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ। ਸੱਚੇ ਪਾਤਸ਼ਾਹ ਜੀ ਅੱਗੇ ਸਾਡੇ ਤੇ ਕਿਰਪਾ ਕਰਦੇ ਹਨ। ਤਿੱਥੈ ਸੋਹਨ ਪੰਜ ਪਰਵਾਣ, ਨਦਰੀ ਕਰਮ ਪਵੈ ਨੀਸਾਨ। ਪਰਮਾਤਮਾ ਦੇ ਦਰ ਘਰ ਦੇ ਵਿੱਚ ਸੰਤ ਮਹਾਪੁਰਸ਼ ਭਾਵ ਕੇ ਪੰਜ ਪ੍ਰਵਾਨ ਜੋ ਮਹਾਪੁਰਖ ਹਨ, ਉਹ ਹੀ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਤੱਖ ਸੁਭਾਏਮਾਨ ਹੁੰਦੇ ਹਨ। ਪ੍ਰਤੱਖ ਉਹਨਾਂ ਦੀ ਇੱਜ਼ਤ ਹੁੰਦੀ ਹੈ। ਉਹ ਹੀ ਸ਼ੋਭਨੀਕ ਹੁੰਦੇ ਹਨ ਜੋ ਧਰਮਖੰਡ ਦੇ ਵਾਸੀ ਬਣ ਗਏ। ਇੱਥੇ ਜੋ ਪੰਜ ਪ੍ਰਵਾਨ ਦਾ ਅਰਥ ਹੈ, ਇਹ ਹੈ ਉਹ ਹਸਤੀਆਂ ਜੋ ਸਭ ਧਰਮਖੰਡ ਦੇ ਵਿੱਚ ਆਤਮਿਕ ਤੌਰ ਤੇ ਪ੍ਰਵੇਸ਼ ਕਰ ਚੁੱਕੀਆਂ ਨੇ। ਨਦਰੀ ਕਰਮ ਪਵੈ ਨਿਸ਼ਾਨ। ਫਿਰ ਆਤਮਿਕ ਜੀਵਨ ਜਿਸ ਵੇਲੇ ਧਰਮਖੰਡ ਦੇ ਵਿੱਚੋਂ ਪ੍ਰਗਟ ਹੁੰਦਾ ਹੈ, ਫਿਰ ਕਹਿੰਦੇ ਨੇ ਪਰਮੇਸ਼ਵਰ ਦੀ ਜੋ ਮਿਹਰ ਹੈ, ਪਰਮੇਸ਼ਵਰ ਦੀ ਜੋ ਬਖਸ਼ਿਸ਼ ਹੈ, ਉਹ ਉਹਨਾਂ ਮਹਾਪੁਰਸ਼ਾਂ ਦੇ ਮਸਤਕ ਦੇ ਉੱਤੇ ਨਿਸ਼ਾਨ ਬਣ ਕੇ ਪ੍ਰਗਟ ਹੁੰਦਾ ਹੈ। ਭਾਵ ਕਿ ਉਹਨਾਂ ਦੇ ਲੇਖਾਂ ਦੇ ਵਿੱਚ ਉਸ ਸ਼ਕਤੀ ਦਾ ਪ੍ਰਗਟ ਹੋਣਾ ਹੁੰਦਾ ਹੈ। ਤੇ ਜਿਸ ਵੇਲੇ ਉਹ ਸ਼ਕਤੀ ਪ੍ਰਗਟ ਹੋ ਜਾਂਦੀ ਹੈ, ਫਿਰ ਮਨੁੱਖ ਆਤਮਿਕ ਅਵਸਥਾ ਵਿੱਚ ਟਿਕ ਜਾਂਦਾ ਹੈ, ਆਪਣੇ ਆਪੇ ਵਿੱਚ ਟਿਕ ਜਾਂਦਾ ਹੈ। ਫਿਰ ਉਹ ਮਨੁੱਖ ਆਪਣੇ ਜੀਵਨ ਦਾ ਖੁਦ ਦਾ ਸਵਾਮੀ ਬਣ ਜਾਂਦਾ ਹੈ। ਕੋਈ ਵੀ ਇੰਦਰਾ, ਕੋਈ ਵੀ ਵਾਸ਼ਨਾ ਉਸ ਬੰਦੇ ਨੂੰ ਆਪਣੀ ਗ੍ਰਿਫਤ ਵਿੱਚ ਨਹੀਂ ਲਿਆ ਸਕਦੀ। ਫਿਰ ਮਨੁੱਖ ਇੰਦਰੀਆਂ ਨੂੰ ਆਪਣੇ ਹਿਸਾਬ ਨਾਲ ਚਲਾਉਂਦਾ ਹੈ, ਜਦ ਕਿ ਹੁਣ ਇੰਦਰੀਆਂ ਆਪਣੇ ਹਿਸਾਬ ਨਾਲ ਚਲਾ ਰਹੀਆਂ। ਥੋੜ੍ਹਾ ਜਿਹਾ ਸੋਚ ਕੇ ਦੇਖੀਏ, ਅਸੀਂ ਕਾਰ ਵਿੱਚ ਬੈਠੇ ਹਾਂ ਤੇ ਹੁਣ ਕਾਰ ਦੇ ਗੇਅਰ ਆਪਣੇ ਆਪ ਪੈ ਰਹੇ ਨੇ, ਸਪੀਡ ਆਪਣੇ ਆਪ, ਐਕਸਲੇਟਰ ਆਪਣੇ ਆਪ ਚੱਲ ਰਿਹਾ ਹੈ, ਤੇ ਅਸੀਂ ਕਦੀ ਵੀ ਐਸੀ ਕਾਰ ਵਿੱਚ ਬੈਠਣਾ ਨਹੀਂ ਚਾਹਾਂਗੇ। ਕਿਉਂ? ਜਿਹੜੀ ਕਾਰ ਸਾਡੀ ਮਰਜ਼ੀ ਅਨੁਸਾਰ ਨਹੀਂ, ਆਪਣੇ ਆਪ ਹੀ ਚੱਲ ਰਹੀ ਹੈ, ਅਸੀਂ ਉਸ ਕਾਰ ਤੇ ਕੀ ਭਰੋਸਾ ਕਰ ਸਕਦੇ ਹਾਂ? ਨਹੀਂ ਕਰ ਸਕਦੇ। ਹੁਣ ਸੋਚ ਕੇ ਦੇਖੋ ਕਿ 200 ਦੀ ਸਪੀਡ ਦੇ ਉੱਤੇ ਕੋਈ ਟਰੱਕ, ਟਰਾਲਾ, ਕਾਰ ਜਾਂ ਫਿਰ ਕੋਈ ਬਾਈਕ ਜਾ ਰਹੀ ਹੈ, ਅਸੀਂ ਬੈਠੇ ਹਾਂ, ਸਾਨੂੰ ਪਤਾ ਹੈ ਕਿ ਇਹਨੇ ਰੁਕਣਾ ਨਹੀਂ, ਤੇ ਸਾਡਾ ਕੀ ਹਾਲ ਹੋਏਗਾ ਜੇ ਅਸੀਂ ਬਹਿ ਗਏ ਤੇ? ਜੇ ਅਸੀਂ ਕਾਰ 'ਚ ਬੈਠ ਗਏ ਜਾਂ ਬਾਈਕ 'ਤੇ ਬਹਿ ਗਏ ਜਾਂ ਫਿਰ ਕਿਸੇ ਵੀ ਅਸੀਂ ਐਸੇ ਵਾਹਨ 'ਤੇ ਬਹਿ ਗਏ ਜਿਹਦੀ ਸਪੀਡ 200 ਤੋਂ ਉੱਤੇ ਜਾ ਰਹੀ ਆ, ਅਸੀਂ ਬੈਠਣ ਤੋਂ ਪਹਿਲਾਂ ਕਹਾਂਗੇ ਕਿ ਭਾਈ ਚੰਗਾ, ਹੁਣ ਸੋਹਿਲੇ ਸਾਹਿਬ ਦਾ ਪਾਠ ਮੈਂ ਨਹੀਂ ਕਰਦਾ, ਤੁਸੀਂ ਵੀ ਸ਼ੁਰੂ ਕਰ ਦਿਓ, ਪਤਾ ਹੈ ਬਚਣਾ ਕੋਈ ਨਹੀਂ। ਅਸੀਂ ਕਹਾਂਗੇ ਕਿ ਅਸੀਂ ਸਿਆਣੇ ਬੰਦੇ ਆ, ਅਸੀਂ ਐਸੀ ਕਾਰ ਵਿੱਚ ਕਿਉਂ ਬੈਠਾਂਗੇ ਜਿਹੜੀ ਕਾਰ ਦੇ ਵਿੱਚ ਬ੍ਰੇਕ ਹੀ ਨਹੀਂ ਹੈ? ਪਰ ਸਾਡੀ ਜੀਵਨ ਸ਼ੈਲੀ ਐਸੀ ਹੀ ਲੰਘਦੀ ਪਈ ਹੈ, ਤਰਜ਼ੇ ਜ਼ਿੰਦਗੀ ਇਸੇ ਤਰ੍ਹਾਂ ਹੀ ਬਤੀਤ ਹੁੰਦੀ ਪਈ ਆ, ਬ੍ਰੇਕ ਹੈ ਹੀ ਕੋਈ। ਜਿਹੜੀ ਵਾਸ਼ਨਾ ਆਉਂਦੀ ਉਸੇ ਵਾਸ਼ਨਾ ਦੇ ਵਿੱਚ ਹੀ ਜੰਪ ਕਰ ਦਿੰਦੇ ਆ, ਉਸੇ ਤਰ੍ਹਾਂ ਹੀ ਗਲਤਾਨ ਹੋ ਜਾਂਦੇ ਆ, ਰੱਬ ਦੇ ਘਰ ਤੋਂ ਧੱਕੇ ਜਾਂਦੇ ਆ, ਅੰਦਰ ਘੁੱਪ ਹਨੇਰਾ ਅੱਗੇ ਭਰਿਆ ਪਿਆ ਆ, ਹੋਰ ਭਰੀ ਜਾਂਦੇ ਆ, ਹੋਰ ਮਾੜੇ ਕਰਮਾਂ ਦੇ ਪੱਤਰੇ ਹੋਰ ਅਸੀਂ ਇਕੱਠੇ ਕਰੀ ਜਾਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਸੋਚੇ ਕਿ ਐਸੀ ਕਾਰ ਵਿੱਚ ਨਹੀਂ ਬਹਿਣਾ ਜਿਸ ਕਾਰ ਦੇ ਵਿੱਚ ਬੈਠ ਕੇ ਐਕਸੀਡੈਂਟ ਹੋ ਸਕਦਾ ਹੈ। ਤੂੰ ਆਪਣੀ ਜ਼ਿੰਦਗੀ ਦੇਖ, ਤੇਰੀ ਜ਼ਿੰਦਗੀ ਵਿੱਚ ਹੋਏ ਹੀ ਐਕਸੀਡੈਂਟ ਹਨ, ਹੋਇਆ ਹੀ ਤੂੰ ਤਬਾਹ ਹੈ। ਬਾਹਰ ਦਾ ਐਕਸੀਡੈਂਟ ਤੇ ਲੱਤ ਬਾਂਹ ਤੋੜੇਗਾ ਨਾ, ਪਰ ਜਿਹੜਾ ਤੇਰਾ ਆਤਮਿਕ ਜੀਵਨ ਹੈ ਉਹਦੇ ਵਿੱਚ ਦੇਖ ਰੱਬ ਦੇ ਘਰ ਤੋਂ ਕਿੰਨੀ ਦੂਰੀ ਪੈ ਗਈ, ਵੇਖ ਤੇਰਾ ਕੀ ਹਾਲ ਹੋ ਗਿਆ। ਧਰਮਖੰਡ ਤੇ ਪਹੁੰਚਣ ਤੋਂ ਬਾਅਦ ਫਿਰ ਮਨੁੱਖ ਸੁਆਮੀ ਬਣ ਜਾਂਦਾ ਹੈ। ਹੁਣ
ਇਹ ਇੰਦਰੀਆਂ ਦਾ ਗੁਲਾਮ ਹੈ, ਫਿਰ ਇੰਦਰੀਆਂ ਦਾ ਸਵਾਮੀ ਬਣ ਜਾਂਦਾ ਹੈ। ਕਾਰ ਨੂੰ ਅਸੀਂ ਆਪਣੇ ਹੱਥ ਵਿੱਚ ਉਦੋਂ ਲੈਂਦੇ ਹਾਂ ਜਦੋਂ ਅਸੀਂ ਕਾਰ ਨੂੰ ਆਪਣੇ ਹਿਸਾਬ ਨਾਲ ਡਰਾਈਵ ਕਰਨਾ ਹੋਵੇ। ਕਾਰ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਡਰਾਈਵ ਨਹੀਂ ਕਰ ਸਕਦੀ। ਕਹਿਣ ਦਾ ਅਰਥ ਇਹ ਹੈ ਕਿ ਬੰਦੇ ਦੀ ਮਰਜ਼ੀ ਤੋਂ ਬਿਨਾਂ, ਜੇ ਬੰਦੇ ਨੇ ਆਟੋ ਪਾਇਲਟ ਮੋਡ ਵੀ ਲਾਉਣਾ ਹੋਏਗਾ ਤਾਂ ਬੰਦਾ ਆਪਣੀ ਮਰਜ਼ੀ ਨਾਲ ਹੀ ਲਾਏਗਾ ਨਾ। ਆਪਣੀ ਮਰਜ਼ੀ ਨਾਲ ਲਾਏ ਤੋਂ ਬਿਨਾਂ ਬੰਦਾ ਭਰੋਸਾ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਜੀ ਬਚਨ ਕਰਦੇ ਨੇ, ਧਰਮ ਖੰਡ ਤੇ ਪਹੁੰਚ ਕੇ ਫਿਰ ਮਨੁੱਖ ਸਵਾਮੀ ਬਣ ਜਾਂਦਾ ਹੈ। ਤੇ ਆਨੰਦ ਗੁਲਾਮ ਹੋ ਕੇ ਨਹੀਂ, ਆਨੰਦ ਇਹਨਾਂ ਵਿਸ਼ੇ ਵਿਕਾਰਾਂ ਨੂੰ ਗੁਲਾਮ ਕਰਨ ਵਿੱਚ ਹੈ। ਫਿਰ ਇਹ ਵਿਸ਼ੇ ਵਿਕਾਰ ਹੱਥ ਜੋੜ ਕੇ ਤੇ ਸਵਾਮੀ ਤੱਤਵ ਫਿਰ ਮਹਿਸੂਸ ਕਰਦੇ ਨੇ ਤੇ ਕਹਿੰਦੇ ਨੇ ਜੀ ਦੱਸੋ ਜੀ ਕੀ ਆ ਗਿਆ ਹੈ। ਫਿਰ ਕ੍ਰੋਧ ਵੀਰ ਰਸ ਬਣ ਜਾਂਦਾ ਹੈ। ਕ੍ਰੋਧ ਕਿਸੇ ਵੀ ਸਾਡੀ ਈਗੋ ਹਰਟ ਹੋਈ, ਅਸੀਂ ਚੱਕ ਕੇ ਪਤੀਲਾ ਮਾਰਤਾ ਦੂਜੇ ਬੰਦੇ ਦੇ ਸਿਰ ਤੇ ਜਾਂ ਤਲਵਾਰ ਮਾਰ ਦਿੱਤੀ, ਇਹਨੂੰ ਕਹਿੰਦੇ ਨੇ ਕ੍ਰੋਧ। ਤੇ ਵੀਰ ਰਸ ਦਾ ਅਰਥ ਧਰਮ ਦੀ ਗੱਲ ਹੋਈ, ਗੁਰੂ ਤੇ ਗੱਲ ਆਈ, ਜਾਂ ਫਿਰ ਕਿਸੇ ਨਾਲ ਧੱਕਾ ਹੋ ਰਿਹਾ, ਉਸ ਵੇਲੇ ਵੀਰ ਰਸ ਪ੍ਰਗਟ ਹੋ ਜਾਂਦਾ। ਫਿਰ ਜਿੰਨੇ ਵੀ ਵਿਸ਼ੇ ਵਿਕਾਰ ਨੇ ਇਹਨਾਂ ਦੇ ਰੂਪ ਬਦਲ ਜਾਂਦੇ ਨੇ, ਫਿਰ ਸ਼ੁੱਧ ਹੋ ਜਾਂਦੇ ਨੇ। ਫਿਰ ਜੋ ਮੋਹ ਹੈ ਉਹ ਪ੍ਰੇਮ ਬਣ ਜਾਂਦਾ ਹੈ। ਫਿਰ ਜੋ ਕਾਮ ਰਸ ਹੈ ਫਿਰ ਉਹ ਰਾਮ ਰਸ ਬਣ ਜਾਂਦਾ ਹੈ। ਫਿਰ ਹੰਕਾਰ ਫਿਰ ਗੁਰੂ ਤੇ ਮਾਣ ਬਣ ਜਾਂਦਾ ਹੈ। ਵਿਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਸੋ ਇਸ ਢੰਗ ਦੇ ਨਾਲ ਫਿਰ ਮਨੁੱਖ ਸਵਾਮੀ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਹੁਣ ਅੱਗੇ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਸ ਵੇਲੇ ਮਨੁੱਖ ਦੇ ਮਸਤਕ ਦੇ ਉੱਤੇ ਉਹ ਸ਼ਕਤੀ ਪ੍ਰਗਟ ਹੁੰਦੀ ਹੈ ਤੇ ਫਿਰ ਰੱਬ ਦੇ ਘਰ ਵਿੱਚ ਉਸਨੂੰ ਵਡਿਆਈ ਮਿਲਦੀ ਹੈ। ਜੇ ਬੰਦੇ ਨੂੰ ਗੁੱਸਾ ਆਵੇ ਉਹ ਮਸਤਕ ਤੇ ਪ੍ਰਗਟ ਹੁੰਦਾ ਹੈ। ਜੇ ਬੰਦੇ ਨੂੰ ਵਿਰਾਗ ਆਵੇ ਵੀ ਮਸਤਕ ਤੇ ਪ੍ਰਗਟ ਹੋ ਜਾਂਦਾ ਹੈ। ਮਹਾਰਾਜ ਜੀ ਨੇ ਤਾਂ ਮਸਤਕ ਦਾ ਨਾਮ ਲਿਆ, ਮੱਥੇ ਦੀ ਗੱਲ ਕੀਤੀ। ਮਹਾਰਾਜ ਨੇ ਕੂਣੀ ਦੀ ਗੱਲ ਨਹੀਂ ਜਾਂ ਗੋਡੇ ਗਿੱਟੇ ਦੀ ਗੱਲ ਨਹੀਂ ਕੀਤੀ, ਮਸਤਕ ਦੀ ਗੱਲ ਇਸ ਕਰਕੇ ਕੀਤੀ ਜੇ ਬੰਦਾ ਗੁੱਸੇ ਜਾਂ ਮਸਤਕ ਤੇ ਪ੍ਰਗਟ ਹੋ ਜਾਂਦਾ ਹੈ। ਜੇ ਬੰਦਾ ਗਰੀਬ ਆ ਉਹ ਵੀ ਮਸਤਕ ਤੇ ਪ੍ਰਗਟ ਹੋ ਜਾਂਦਾ ਹੈ। ਬੰਦੇ ਦੀ ਤਰਜ਼ੇ ਜ਼ਿੰਦਗੀ ਦੱਸ ਦਿੰਦੀ ਕਿ ਬੰਦਾ ਅਮੀਰ ਹੈ ਜੀ। ਹੁਣ ਦੱਸਣ ਦੀ ਤੇ ਲੋੜ ਹੈ ਨਹੀਂ, ਉਹਦਾ ਤੁਰਨਾ ਫਿਰਨਾ ਵਿਚਰਨਾ ਦੱਸਦਾ ਹੈ ਕਿ ਬੰਦਾ ਅਮੀਰ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਜੇ ਗਰੀਬੀ, ਅਮੀਰੀ, ਗੁੱਸਾ, ਪ੍ਰੇਮ ਜਾਂ ਫਿਰ ਨਾਰਾਜ਼ਗੀ ਮਸਤਕ ਤੇ ਪ੍ਰਗਟ ਹੋ ਜਾਂਦੀ ਹੈ ਤੇ ਰੱਬ ਦਾ ਨਾਮ ਜਿਸ ਵੇਲੇ ਪ੍ਰਗਟ ਹੁੰਦਾ ਹੈ ਉਹ ਵੀ ਸਾਡੇ ਮਸਤਕ ਦੇ ਉੱਤੇ ਪ੍ਰਗਟ ਹੋ ਜਾਂਦਾ। ਪਤਾ ਲੱਗ ਜਾਂਦਾ ਹੈ ਕਿ ਇਹ ਪੂਰਨ ਸੰਤ ਮਹਾਂਪੁਰਖੀ ਹੈ, ਇਹ ਪੂਰਨ ਸਾਧੂ ਹੈ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਇਸ ਸੰਸਾਰ ਦੇ ਵਿੱਚ ਗਰੀਬ ਬੰਦੇ ਨੂੰ ਆਖਿਆ ਜਾ ਸਕਦਾ ਹੈ ਇਹਦਾ ਵਿਚਾਰੇ ਦਾ ਜੀਣਾ ਕਾਹਦਾ ਜੀਣਾ। ਅਮੀਰ ਬੰਦੇ ਦਾ ਆਖਿਆ ਜਾ ਸਕਦਾ ਹੈ ਕਿ ਜ਼ਿੰਦਗੀ ਤੇ ਇਹੀ ਜਿਉਂਦੇ ਨੇ। ਮਹਾਰਾਜ ਜੀ ਕਹਿੰਦੇ ਨੇ ਕਿਹੜਾ ਬੰਦਾ ਕੱਚਾ ਹੈ ਤੇ ਕਿਹੜਾ ਬੰਦਾ ਪੱਕਾ ਹੈ ਇਹਦਾ ਪਤਾ ਤੇ ਰੱਬ ਦੇ ਘਰ ਦੇ ਵਿੱਚ ਲੱਗਦਾ ਹੈ, ਅਜੇ ਨਹੀਂ ਪਤਾ ਲੱਗੇਗਾ। ਕਿਉਂਕਿ ਕੱਚਾ ਤੇ ਪੱਕਾ ਇਹ ਦੋਵੇਂ ਸ਼ਬਦ ਰੱਬ ਨੇ ਡਿਸਾਈਡ ਕਰਨੇ ਨੇ। ਕੱਚੇ ਦਾ ਅਰਥ ਹੈ ਜੋ ਰੱਬ ਦੇ ਨਾਮ ਜਪੇ ਬਿਨਾਂ ਸੰਸਾਰ ਤੋਂ ਚਲਾ ਗਿਆ, ਜਿਹਦੇ ਕਰਮਾਂ ਦੇ ਵਿੱਚ ਪਕਿਆਈ ਨਹੀਂ ਆਈ, ਜਿਹਦੇ ਕਰਮਾਂ ਦੇ ਵਿੱਚ ਅਜੇ ਪਵਿੱਤਰਤਾ ਨਹੀਂ ਆਈ, ਉਸਨੂੰ ਕਹਿੰਦੇ ਨੇ ਕੱਚ। ਤੇ ਪਕਾਈ ਦਾ ਅਰਥ ਇਹ ਹੈ ਜਿਹਦੇ ਜੀਵਨ ਦੇ ਵਿੱਚ ਰੱਬ ਪ੍ਰਗਟ ਹੋ ਗਿਆ ਉਸ ਨੂੰ ਆਖਿਆ ਜਾਂਦਾ ਹੈ ਇਹਦੇ ਜੀਵਨ ਵਿੱਚ ਪਕਾਈ ਆ ਗਈ। ਪਕਾਈ ਦਾ ਅਰਥ ਸੰਪੂਰਨਤਾ। ਪ੍ਰਸ਼ਾਦਾ ਅੱਧਾ ਕੱਚਾ ਹੋਵੇ ਅੱਧਾ ਪੱਕਾ ਹੋਵੇ ਨਾ, ਤੇ ਉਹ ਸਿਆਣਾ ਬੰਦਾ ਕਹਿੰਦਾ ਹੈ ਕਿ ਮੈਂ ਛਕਾਂਗਾ ਤੇ ਢਿੱਡ ਵਿੱਚ ਪੀੜ ਹੋ ਸਕਦੀ ਹੈ। ਤੇ ਛੋਟੇ ਬੱਚਿਆਂ ਨੂੰ ਵੈਸੇ ਪਸੰਦ ਨਹੀਂ ਹੋਣਾ ਕਿ ਪ੍ਰਸ਼ਾਦੇ ਦੇ ਦੋ ਰੰਗ ਨੇ। ਸੰਸਾਰੀ ਤੌਰ ਤੇ ਕੱਚਾ ਫਰੂਟ ਹੋਵੇ ਸਾਨੂੰ ਉਹ ਵੀ ਪਸੰਦ ਨਹੀਂ ਹੁੰਦਾ। ਜਦੋਂ ਲੈਂਟਰ ਪਾਇਆ ਜਾਂਦਾ ਨਾ ਜੀ ਘਰ ਤੇ ਅਸੀਂ ਕਹਿੰਦੇ ਆ ਅਜੇ ਅੰਦਰ ਪ੍ਰਵੇਸ਼ ਨਾ ਕਰਿਓ ਜੇ ਲੈਂਟਰ ਕੱਚਾ ਹੈ। ਅਸੀਂ ਕੱਚੀ ਚੀਜ਼ ਉਤੇ ਬਹੁਤਾ ਭਰੋਸਾ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਨੇ ਇਸੇ ਢੰਗ ਦੇ ਨਾਲ ਰੱਬ ਦੇ ਘਰ ਦੇ ਵਿੱਚ ਕੱਚੇ ਬੰਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਕੱਚੀ ਚੀਜ਼ ਕਿਸੇ ਨੂੰ ਪ੍ਰਵਾਨ ਨਹੀਂ ਹੈ। ਜਿਸ ਬੰਦਿਆ ਤੈਨੂੰ ਕੱਚਾ ਪ੍ਰਸ਼ਾਦਾ ਪ੍ਰਵਾਨ ਨਹੀਂ, ਕੱਚਾ ਫਰੂਟ ਪ੍ਰਵਾਨ ਨਹੀਂ, ਤੈਨੂੰ ਕੋਈ ਵੀ ਚੀਜ਼ ਕੱਚੀ ਪਸੰਦ ਨਹੀਂ, ਰੱਬ ਦੇ ਘਰ ਵਿੱਚ ਕੱਚੇ ਬੰਦੇ ਕਿਵੇਂ ਪ੍ਰਵਾਨ ਹੋ ਜਾਣਗੇ? ਰੱਬ ਨੂੰ ਕਿਵੇਂ ਪਸੰਦ ਆ ਸਕਦੇ ਜੀ? ਇਸ ਕਰਕੇ ਰੱਬ ਦੇ ਘਰ ਦੇ ਵਿੱਚ ਪਤਾ ਲੱਗਣਾ ਹੈ ਕਿ ਇਸ ਬੰਦੇ ਨੇ ਕਰਮਾਂ ਦੇ ਵਿੱਚ ਬੰਦਗੀ ਕੀਤੀ ਕਿ ਇਹਨੇ ਵਿਸ਼ੇ ਵਿਕਾਰ ਭੋਗੇ। ਰੱਬ ਦੇ ਘਰ ਦੇ ਵਿੱਚ ਕੱਚੇ ਪੱਕੇ ਦਾ ਪਤਾ ਲੱਗਦਾ ਹੈ, ਉਵੇਂ ਨਹੀਂ ਪਤਾ ਲੱਗਦਾ। ਨਾਨਕ ਗਿਆ ਜਾਪੈ ਜਾਏ। ਹੁਣ ਰੱਬ ਦੇ ਘਰ ਤੇ ਜਦੋਂ ਪਹੁੰਚਾਂਗੇ ਉਸ ਵੇਲੇ ਹੀ ਪਤਾ ਲੱਗੇਗਾ, ਉਸ ਵੇਲੇ ਹੀ ਸਮਝ ਲੱਗੇਗੀ ਕੱਚਾ ਜੀਵਨ ਕੀ ਹੁੰਦਾ ਤੇ ਪੱਕਾ ਜੀਵਨ ਕੀ ਹੁੰਦਾ ਹੈ। ਇਹਦਾ ਅਰਥ ਕੀ ਹੈ? ਮਰਨ ਤੋਂ ਬਾਅਦ ਮਹਾਰਾਜ ਕਹਿੰਦੇ ਨਹੀਂ। ਧਰਮ ਖੰਡ ਤੇ ਪਹੁੰਚ ਕੇ ਫਿਰ ਬੰਦੇ ਨੂੰ ਸਮਝ ਪੈ ਜਾਂਦੀ ਹੈ ਕਿ ਕੱਚਾ ਜੀਵਨ ਕਿਹੜਾ ਹੁੰਦਾ ਤੇ ਪੱਕਾ ਜੀਵਨ ਕਿਹੜਾ ਹੁੰਦਾ। ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਆ ਨਾ ਜੀ, ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਗੁਰੂ ਦੀ ਗੱਲ ਕੀਤੀ। ਫਿਰ ਮਹਾਰਾਜ ਨੇ ਬਾਣੀ ਵਿੱਚ ਬਚਨ ਕੀਤਾ, ਨਾਨਕ ਕੱਚੜਿਆ ਸਿਉ ਤੋੜ ਢੂੜ ਸੱਜਣ ਸੰਤ ਪੱਕਿਆ। ਮਹਾਂਪੁਰਖਾਂ ਨੂੰ ਵੀ ਪੱਕਾ ਸ਼ਬਦ ਦੇ ਨਾਲ ਸੰਬੋਧਨ ਕੀਤਾ। ਮਹਾਂਪੁਰਖਾਂ ਨੂੰ ਪੱਕੇ ਸ਼ਬਦ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਬਾਰ-ਬਾਰ ਇਹ ਸ਼ਬਦ ਵਰਤ ਕੇ ਆਖਿਆ ਕਿ ਭਾਈ ਉਹੀ ਪੱਕੇ ਨੇ ਜਿਹੜੇ ਰੱਬ ਦੇ ਘਰ ਤੱਕ ਪਹੁੰਚਦੇ ਨੇ। ਇਸ ਕਰਕੇ ਪੱਕਿਆਂ ਦੀ ਸੰਗਤ ਕਰ, ਕਿਉਂਕਿ ਜਿਹੋ ਜਿਹੀ ਸੰਗਤ ਕਰੇਗਾ ਵੈਹੋ ਜਿਹਾ ਉਹੋ ਜਿਹਾ ਤੇਰਾ ਜੀਵਨ ਹੋ ਜਾਏ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਦੋਂ ਤੂੰ ਉਸ ਅਵਸਥਾ ਤੇ ਪਹੁੰਚ ਜਾਏਗਾ ਫਿਰ ਤੈਨੂੰ ਪਤਾ ਲੱਗੇਗਾ ਨਾਨਕ ਗਿਆ ਜਾਪੈ ਜਾਏ। ਫਿਰ ਰੱਬ ਦੇ ਘਰ ਤੇ ਪਹੁੰਚ ਕੇ ਫਿਰ ਤੈਨੂੰ ਕੱਚੇ ਤੇ ਪੱਕੇ ਜੀਵਨ ਦੀ ਸਮਝ ਲੱਗ ਜਾਏਗੀ। ਫਿਰ ਤੂੰ ਕੱਚਾ ਜੀਵਨ ਛੱਡ ਦੇਂਗਾ, ਫਿਰ ਤੂੰ ਪੱਕੇ ਜੀਵਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੇਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ ਸਮੂਹ ਸੰਗਤ ਬਖਸ਼ ਲਿਓ। ਆਓ ਆਪਾਂ ਕੁਝ ਸਮੇਂ ਵਾਸਤੇ ਗੁਰਮੰਤਰ ਕਰੀਏ ਤਾਂ ਜੋ ਸੱਚੇ ਪਾਤਸ਼ਾਹ ਜੀ ਦੇ ਉਸ ਧਰਮ ਖੰਡ ਦੇ ਵਿੱਚ ਅਸੀਂ ਪ੍ਰਵੇਸ਼ ਕਰਨ ਵਾਲੀ ਯਾਤਰਾ ਸ਼ੁਰੂ ਕਰੀਏ। ਤੇ ਹੈ ਬਹੁਤ ਸੌਖਾ ਧਰਮ ਖੰਡ ਵਿੱਚ ਪ੍ਰਵੇਸ਼ ਹੋਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਤੂੰ ਬਸ ਨਿਤਨੇਮ ਕਰ, ਅੱਗੇ ਮੈਂ ਤੈਨੂੰ ਆਪੇ ਲੈ ਕੇ ਜਾਵਾਂਗਾ। ਗੁਰੂ ਮਹਾਰਾਜ ਜੀ ਤੇ ਆਪੇ ਹੀ ਲੈ ਕੇ ਜਾਂਦੇ ਨੇ। ਸਿੱਖ ਹੁਣ ਘੱਟੋ ਘੱਟ 1-1.5 ਘੰਟਾ ਨਿਤਨੇਮ ਵਾਸਤੇ ਸਮਾਂ ਤੇ ਕੱਢੇ ਹੁਣ ਪਹੁੰਚਣਾ ਰੱਬ ਤੱਕ। ਤੇ ਸਿੱਖ ਹੁਣ ਰਜਾਈ 'ਚ ਬੈਠਾ ਬੈਠਾ, ਬਲੈਂਕਟ 'ਚ ਬੈਠਾ ਬੈਠਾ ਹੀ ਕਹੀ ਜਾਏ ਕਿ ਮਹਾਰਾਜ ਇੱਥੋਂ ਹੀ ਲੈ ਜਾਓ, ਇੱਥੋਂ ਹੀ। ਅਸੀਂ ਰਜਾਈ ਲਾਉਣੀ ਵੀ ਨਹੀਂ ਤੇ ਤੁਸੀਂ ਸਾਨੂੰ ਇੱਦਾਂ ਹੀ ਲੈ ਲਓ ਜਾਓ। ਜੇ ਲੈ ਜਾਓਗੇ ਤੇ ਠੀਕ ਆ, ਜੇ ਨਹੀਂ ਲੈ ਕੇ ਜਾਓਗੇ ਤੇ ਤੁਹਾਡੇ ਵਾਸਤੇ ਮਾੜੀ ਗੱਲ ਆ। ਮਤਲਬ ਇਹ ਵੀ ਗੁਰੂ ਨੂੰ ਵੀ ਅਹਿਸਾਨ ਹੀ ਕਰਦੇ ਆ ਵੀ ਹਾਂ ਵੀ ਜੇਕਰ ਤੂੰ ਲੈ ਜਾਏਗਾ ਤੇ ਠੀਕ ਆ, ਤੈਨੂੰ ਹੀ ਲੋਕਾਂ ਨੇ ਚੰਗਾ ਕਹਿਣਾ। ਜੇ ਨਹੀਂ ਲੈ ਕੇ ਜਾਏਗਾ ਸਾਨੂੰ ਤੇ ਲੋੜ ਨਹੀਂ, ਨਾ ਧਰਮ ਖੰਡ ਦੀ ਨਾ ਸੱਚਖੰਡ ਦੀ। ਹੁਣ ਦੇਖ ਲਾ, ਹੁਣ ਤੇਰੀ ਬੇਇੱਜ਼ਤੀ ਹੋਣੀ ਹੈ ਤੇ ਲੈ ਹੀ ਜਾ ਹੁਣ ਸਾਨੂੰ। ਅਸੀਂ ਤੰਗ ਆਏ ਪਏ ਆਪਣੇ ਆਪ ਤੋਂ ਤੇ ਤੇਰੇ ਤੋਂ। ਇਹ ਸਾਡੇ ਆਤਮਿਕ ਜੀਵਨ ਦੇ ਇਹ ਪ੍ਰਤੱਖ ਸ਼ਬਦ ਨੇ। ਸਾਨੂੰ ਗੁਰੂ ਤੇ ਭਰੋਸਾ ਨਹੀਂ ਹੈ, ਤੇ ਜੇਕਰ ਭਰੋਸਾ ਕਰਦੇ ਵੀ ਹਾਂ ਤੇ ਅਹਿਸਾਨ ਹੀ ਕਰਦੇ ਹਾਂ ਕਿ ਪਤਾ ਨਹੀਂ ਸਾਡੇ ਬਿਨਾਂ ਕਿਤੇ ਐਵੇਂ ਨਾ ਹੋਵੇ ਵੀ ਸਾਰੀ ਸ੍ਰਿਸ਼ਟੀ ਤੋਂ ਗੁਰੂ ਮਹਾਰਾਜ ਨੂੰ ਮੱਥਾ ਟੇਕਣਾ ਹੀ ਕਿਤੇ ਸਾਰੀ ਸ੍ਰਿਸ਼ਟੀ ਬੰਦ ਹੀ ਨਾ ਕਰ ਦੇ, ਜਿਸ ਸਾਡੇ ਕਰਕੇ ਸਾਰਾ ਕੁਝ ਚੱਲ ਰਿਹਾ। ਅਸੀਂ ਸੁਣਿਆ ਹੈ ਨਾ ਜੀ, ਇੱਕ ਮੱਖੀ ਕਿਤੇ ਗੱਡੇ ਦੇ ਚੱਕੇ ਦੇ ਮੇਨ ਧੁਰੇ ਤੇ ਬੈਠੀ ਸੀ ਜਿੱਥੇ ਨਟ ਬੋਲਟ ਹੁੰਦੇ ਨੇ। ਗੱਡੇ ਦੇ ਚੱਕੇ ਦੇ ਬਿਲਕੁਲ ਵਿਚਕਾਰਲੇ ਧੁਰੇ ਤੇ ਬੈਠੀ ਤੇ ਕੱਚੇ ਰਸਤੇ ਨੇ, ਪੁਰਾਣੇ ਸਮੇਂ ਦੀਆਂ ਬਾਤਾਂ। ਤੇ ਦੂਜੀ ਮੱਖੀ ਨੇ ਪੁੱਛਿਆ ਕਿ ਦੱਸ ਭੈਣੇ ਕੀ ਹਾਲ ਆ? ਕਹਿੰਦੀ ਧੂੜਾਂ ਪੱਟਦੇ ਪਏ ਆ, ਚੱਲਦਾ ਗੱਡਾ ਪਿਆ ਆ, ਟਾਇਰਾਂ ਕਰਕੇ ਮਿੱਟੀ ਉੱਡਦੀ ਪਈ ਆ। ਤੇ ਅੱਗੋਂ ਮੱਖੀ ਕਹਿੰਦੀ ਆ ਕਿ ਧੂੜਾਂ ਪੱਟੀ ਜਾਂਦੇ ਆ, ਉਹ ਦੇਖ ਧੂੜਾਂ ਪੱਟੀ ਜਾਂਦੇ ਆ ਨਾ, ਮੈਂ ਹੀ ਧੂੜਾਂ ਪੁੱਟਦੀ ਪਈ ਆ। ਕਿ ਮੱਖੀਏ ਤੂੰ ਤੇ ਆਪ ਇਸ ਟਾਇਰ ਦੇ ਆਸਰੇ, ਚੱਕੇ ਦੇ ਆਸਰੇ ਬੈਠੀ ਆ, ਤੂੰ ਕੀ ਧੂੜਾਂ ਪੱਟਦੀ ਪਈ ਆ। ਪਰ ਅਸੀਂ ਕਹਿੰਦੇ ਜੀ ਕਿ ਸਾਰਾ ਕੁਝ ਅਸੀਂ ਕਰਦੇ ਪਏ। ਅਸੀਂ ਸੁਣਿਆ ਜੀ 2-3 ਛਿਪਕਲੀਆਂ ਕੋੜ ਗਿਰਨੀਆਂ ਛੱਤ ਦੇ ਉੱਤੇ ਤੁਰੀਆਂ ਜਾ ਰਹੀਆਂ, ਤੇ ਇੱਕ ਨੂੰ ਕਿਹਾ ਕਿ ਚੱਲ ਆਪਾਂ ਚੱਲੀਏ ਥੋੜ੍ਹੀ ਬਹੁਤੀ ਪਿਕਨਿਕ ਵਗੈਰਾ ਮਨਾ ਲਈਏ, ਵੀਕਐਂਡ ਦਾ ਟਾਈਮ ਆ ਗਿਆ।
ਅੱਗੋਂ ਉਹ ਛਿਪਕਲੀ ਕੋੜ ਕਿਰਲੀ ਕਹਿੰਦੀ ਨਾ ਭੈਣੇ, ਜੇ ਮੈਂ ਪਾਸੇ ਹੋਈ ਤੇ ਸਾਰੇ ਪਰਿਵਾਰ ਨੇ ਮਰ ਜਾਣਾ ਹੈ, ਲੈਂਟਰ ਡਿੱਗ ਜਾਣਾ। ਕਿਉਂ? ਤੈਨੂੰ ਦਿਸਦਾ ਨਹੀਂ? ਮੈਂ ਪੈਰਾਂ ਦੇ ਆਸਰੇ ਮੈਂ ਛੱਤ ਚੱਕੀ ਹੋਈ ਆ, ਮੈਂ ਤੇ ਇਸ ਘਰ ਨੂੰ ਬਚਾ ਕੇ ਬੈਠੀ ਹੋਈ ਆ। ਫਿਰ ਦੂਜੀ ਛਿਪਕਲੀ ਕੋੜ ਕਿਰਲੀ ਕਹਿੰਦੀ ਆ ਕਿ ਤੂੰ ਨਹੀਂ ਚੱਕਿਆ, ਇਸ ਛੱਤ ਨੇ ਤੈਨੂੰ ਚੱਕਿਆ ਹੋਇਆ। ਉਹ ਕਹਿੰਦੀ ਨਹੀਂ, ਮੈਂ ਚੱਕਿਆ ਹੋਇਆ। ਇਸ ਕਰਕੇ ਅਸੀਂ ਸੋਚੀ ਬੈਠੇ ਸ਼ਾਇਦ ਸਾਡੇ ਕਰਕੇ ਰੱਬ ਆ, ਸਾਡੇ ਕਰਕੇ ਗੁਰੂ ਆ। ਨਹੀਂ, ਅਸੀਂ ਉਹਦੇ ਕਰਕੇ ਆ। ਆਓ ਆਪਾਂ ਹੁਣ ਸਾਰੇ ਗੁਰੂ ਮਹਾਰਾਜ ਜੀ ਦਾ ਨਾਮ ਜਪੀਏ ਜੀ, ਜਿਹੜਾ ਮੂਲ ਕਾਰਜ ਕਰਨਾ। ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।